ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਆਪ ਸਾਰਿਆਂ ਨੂੰ ਜੀ ਆਇਆਂ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਰੋਜ਼ ਆਨਲਾਈਨ ਗੁਰਮਤਿ ਕਲਾਸ ਵਿੱਚ ਅਸੀਂ ਇਕੱਤਰ ਹੁੰਦੇ ਹਾਂ। ਪਿਛਲੇ ਕੁਝ ਸਮੇਂ ਤੋਂ ਅਸੀਂ ਇਤਿਹਾਸਿਕ ਪੜਚੋਲ ਕਰ ਰਹੇ ਹਾਂ ਉਹਨਾਂ ਗ੍ਰੰਥਾਂ ਦੀ, ਜਿਹੜਾ ਗ੍ਰੰਥਾਂ ਨੂੰ ਗੁਰੂ ਪਾਤਸ਼ਾਹ ਜੀ ਦੇ ਜੀਵਨ ਕਾਲ ਬਾਰੇ ਜਾਂ ਉਹਨਾਂ ਦੀਆਂ ਹੋਰ ਘਟਨਾਵਾਂ ਬਾਰੇ ਅਕਸਰ ਆਧਾਰ ਮੰਨਿਆ ਜਾਂਦਾ ਹੈ। ਇਹਨਾਂ ਵਿੱਚ ਅਸੀਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜੋ ਭਾਈ ਹਿੰਦਾਲ ਵਾਲੀ ਸਾਖੀ, ਜਨਮ ਸਾਖੀ ਜਿਹਨੂੰ ਆਖਦੇ ਹਾਂ, ਮਿਹਰਬਾਨ ਵਾਲੀ ਸਾਖੀ ਤੇ ਹੋਰ ਪੁਸਤਕਾਂ ਦੀ ਪੜਚੋਲ ਅਸੀਂ ਨਾਲ ਨਾਲ ਕਰਦੇ ਰਹੇ ਹਾਂ। ਔਰ ਗੁਰਬਿਲਾਸ ਪਾਤਸ਼ਾਹੀ 10ਵੀਂ ਦੇ ਨਾਂ ਤੇ 3 ਪੁਸਤਕਾਂ ਹਨ ਜਿਨ੍ਹਾਂ ਦੀ ਵਿਚਾਰ ਅਸੀਂ ਸ਼ੁਰੂ ਕੀਤੀ ਹੋਈ ਹੈ। ਅੱਜ ਤਿੰਨੇ ਹੀ ਪੁਸਤਕਾਂ ਦੀ ਜੋ ਕੰਬਾਈਨਡ ਸਾਂਝੀ ਪੜਤਾਲ ਹੈ ਉਹ ਅਸੀਂ ਕਰ ਰਹੇ ਹਾਂ। ਵੀਰ ਪ੍ਰਭ ਕੀਰਤਨ ਸਿੰਘ ਜੀ ਹਾਜ਼ਰ ਹਨ। ਬੇਨਤੀ ਕਰਦਾ ਹਾਂ ਵੀਰ ਜੀ ਕਿਰਪਾ ਕਰੋ, ਅੱਜ ਦੀ ਇਹ ਵਿਚਾਰ ਆਰੰਭ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਵੀਰ ਜੀ ਨੇ ਦੱਸਿਆ ਹੈ ਕਿ ਅਸੀਂ ਗੁਰਬਿਲਾਸ ਦੇ ਨਾਮ ਥੱਲੇ ਪ੍ਰਚਲਿਤ 3 ਕਿਤਾਬਾਂ ਜੋ ਹਨ, ਗੁਰਬਿਲਾਸ ਪਾਤਸ਼ਾਹੀ 10ਵੀਂ ਜਿਹਦਾ ਕਰਤਾ ਕੋਇਰ ਸਿੰਘ ਹੈ, ਇੱਕ ਹੋਰ ਗੁਰਬਿਲਾਸ ਪਾਤਸ਼ਾਹੀ 10ਵੀਂ ਜਿਨ੍ਹਾਂ ਦੇ ਕਰਤਾ ਸੁੱਖਾ ਸਿੰਘ ਜੀ ਹਨ, ਤੇ ਇੱਕ ਗੁਰਬਿਲਾਸ ਪਾਤਸ਼ਾਹੀ 6ਵੀਂ ਜੋ ਆਨ ਧਰ ਤੇ ਸੋਹਣ ਕਵੀ ਦੇ ਨਾਮ ਨਾਲ ਸੰਬੰਧਿਤ ਕਰ ਦਿੱਤੀ ਜਾਂਦੀ ਹੈ। ਹਾਲਾਂਕਿ ਇਹਦੇ ਬਾਰੇ ਅਸਲੀਅਤ ਦੇ ਵਿੱਚ ਸਾਨੂੰ ਕੁਝ ਵੀ ਅਸੀਂ ਡੈਫੀਨੇਟਲੀ ਨਹੀਂ ਕਹਿ ਸਕਦੇ। ਤਾਂ ਇਹ 3 ਪੁਸਤਕਾਂ ਦੇ ਨਾਮ ਦੇ ਵਿੱਚ ਗੁਰਬਿਲਾਸ ਆਉਂਦਾ ਹੈ। ਤਾਂ ਇਹ 3 ਗੁਰਬਿਲਾਸਾਂ ਦੇ ਬਾਰੇ ਅੱਜ ਅਸੀਂ ਇਕੱਠੇ ਪੜਚੋਲ ਕਰ ਲਈਏ, ਕਿਉਂਕਿ 3 ਦੇ ਉੱਤੇ ਅਸੀਂ ਵਿਚਾਰ ਕਰ ਚੁੱਕੇ ਹਾਂ, ਤਾਂ ਸਾਨੂੰ ਥੋੜਾ ਥੋੜਾ ਅੰਦਾਜ਼ਾ ਆਪਾਂ ਨੂੰ ਲੱਗ ਚੁੱਕਾ ਹੈ ਇਹਨਾਂ ਦੇ ਬਾਰੇ। ਹੁਣ ਇਹ ਤਿੰਨੋਂ ਹੀ ਜਿਹੜੀਆਂ ਪੁਸਤਕਾਂ ਨੇ ਬਹੁਤ ਮਸ਼ਹੂਰ ਵੀ ਹਨ ਤੇ ਆਪਣੇ ਅੰਦਰ ਕਾਫੀ ਵਿਸਥਾਰ ਦੇ ਵਿੱਚ ਸਾਹਿਤ ਇਤਿਹਾਸ ਜਿਹੜਾ ਹੈ ਉਹ ਸਮਾਈ ਬੈਠੀਆਂ ਹਨ ਤੇ ਕਾਫੀ ਹਰਮਨ ਪਿਆਰੀਆਂ ਵੀ ਰਹੀਆਂ। ਕਿਸੇ ਸਮੇਂ ਤੇ ਇਹਨਾਂ ਵਿੱਚੋਂ 2 ਦੀ ਤਾਂ ਕਥਾ ਵਾਰਤਾ ਵੀ ਗੁਰਧਾਮਾਂ ਵਿੱਚ ਹੁੰਦੀ ਰਹੀ ਹੋਣ ਦੇ ਸੰਕੇਤ ਮਿਲਦੇ ਹਨ। ਤੋ ਇਹਨਾਂ ਨੂੰ ਜਿਹੜੀਆਂ ਗੁਰਬਿਲਾਸ ਨਾਮ ਵਾਲੀਆਂ ਜਾਂ ਆਪਾਂ ਗੁਰਬਿਲਾਸ ਵੰਨਗੀ ਜਾਂ ਜੇ ਜਨਰ ਅਸੀਂ ਕਹਿ ਲਈਏ, ਇਹਨਾਂ ਦੀਆਂ ਪੁਸਤਕਾਂ ਦਾ ਆਪਸ ਵਿੱਚ ਕਈ ਸਾਂਝਾਂ ਵੀ ਸਾਨੂੰ ਪ੍ਰਤੀਤ ਹੋਈਆਂ। ਤਾਂ ਅੱਜ ਅਸੀਂ ਸਭ ਤੋਂ ਪਹਿਲਾਂ ਇਹਨਾਂ ਦੇ ਇਹ ਵਿਚਾਰ ਕਰੀਏ ਕਿ ਇਹ ਜੋ ਨਵਾਂ ਨਾਮ ਸ਼ੁਰੂ ਹੋਇਆ, ਪਹਿਲੀ ਸਾਂਝ ਤਾਂ ਇਹਨਾਂ ਦੇ ਵਿੱਚ ਜਿਹੜੀ ਆਪਸ ਦੇ ਵਿੱਚ ਸਾਨੂੰ ਮਿਲਦੀ ਹੈ, ਇਹਨਾਂ ਦੇ ਨਾਮ ਦੇ ਵਿੱਚ ਜਿਹੜਾ ਸ਼ਬਦ ਗੁਰਬਿਲਾਸ ਦਾ ਆਉਂਦਾ ਉਹੀ ਹੈ। ਤੇ ਇਹਨੂੰ ਪੜ੍ਹ ਕੇ ਸਾਡੇ ਮਨ ਦੇ ਵਿੱਚ ਵਿਚਾਰ ਪੈਦਾ ਹੋਣਾ ਕੁਦਰਤੀ ਹੈ ਕਿ ਕੀ ਇਹਦੇ ਪਿੱਛੇ ਵੀ ਕੋਈ ਕਾਰਨ ਹੈ ਜਾਂ ਇਹ ਸਿਰਫ ਇੱਕ ਸੰਜੋਗ ਹੀ ਹੈ ਕਿ ਇਹਨਾਂ ਤਿੰਨਾਂ ਦੇ ਵਿੱਚ ਇੱਕੋ ਸ਼ਬਦ ਜਿਹੜਾ ਆ ਰਿਹਾ। ਕਿਉਂਕਿ ਇਸ ਇੱਕੋ ਹੀ ਸ਼ਬਦ ਵਰਤੇ ਜਾਣ ਦੇ ਪਿੱਛੇ ਕੋਈ ਹੋਰ ਕਾਰਨ ਤਾਂ ਨਹੀਂ ਕਿ ਇਹਦੇ ਵਿੱਚ ਕੁਝ ਕਾਮਨ ਚੀਜ਼ਾਂ ਹੋਣ ਜਿਹੜੀਆਂ ਸਾਨੂੰ ਸਮਝਣ ਦੀ ਲੋੜ ਹੋਵੇ। ਇਹ ਨਵੀਂ ਵਰਤੋਂ ਇਸ ਸ਼ਬਦ ਦੀ ਸਿੱਖ ਇਤਿਹਾਸ ਦੇ ਵਿੱਚ ਕੀਤੀ ਗਈ, ਜਿਹਦਾ ਭਾਵ ਹੈ ਕਿ ਇਸ ਤੋਂ ਪਹਿਲਾਂ ਜੋ ਵੀ ਇਤਿਹਾਸਕ ਪੁਸਤਕਾਂ ਰਚੀਆਂ ਗਈਆਂ ਉਹਨਾਂ ਵਿੱਚੋਂ ਕਿਸੇ ਦੇ ਨਾਮ ਦੇ ਨਾਲ ਵੀ ਗੁਰਬਿਲਾਸ ਸ਼ਬਦ ਨਹੀਂ ਵਰਤਿਆ ਗਿਆ। ਤਾਂ ਇਹ ਪੁਸਤਕਾਂ ਦਾ ਨਾਮ ਰੱਖਣ ਦਾ ਇੱਕ ਨਵਾਂ ਢੰਗ ਸੀ ਜੋ ਇਹਦੇ ਵਿੱਚ ਹੀ ਸ਼ੁਰੂ ਹੋਇਆ। ਤੋ ਵੈਸੇ ਦੇਖਿਆ ਜਾਏ ਤੇ ਬਿਲਾਸ ਸ਼ਬਦ ਜਿਹੜਾ ਹੈ, ਗੁਰਬਿਲਾਸ ਦਾ ਮਤਲਬ ਗੁਰਾਂ ਦਾ ਬਿਲਾਸ, ਤਾਂ ਇਹ ਬਿਲਾਸ ਸ਼ਬਦ ਆਪਣੇ ਆਪ ਵਿੱਚ ਨਵਾਂ ਨਹੀਂ ਹੈ। ਭਾਰਤੀ ਸੰਸਕ੍ਰਿਤੀ ਖਾਸ ਕਰਕੇ ਜਿਹੜੀਆਂ ਉੱਤਰ ਭਾਰਤੀ ਭਾਸ਼ਾਵਾਂ ਹਨ ਉਹਨਾਂ ਦੇ ਵਿੱਚ ਕਈ ਦਰਜਨ ਬਿਲਾਸ ਸਾਨੂੰ ਮਿਲਦੇ ਹਨ, ਜਿਹੜੇ ਵੱਖੋ ਵੱਖਰੇ ਅਵਤਾਰਾਂ, ਪੁਰਸ਼ਾਂ, ਧਾਰਮਿਕ ਵਿਅਕਤੀਆਂ, ਸੰਤਾਂ ਜਾਂ ਹੋਰ ਜਿਹੜੇ ਪ੍ਰਤਿਭਾਸ਼ੀਲ ਵਿਅਕਤੀ ਸਮਾਜ ਦੇ ਹਨ, ਕੋਈ ਰਾਜੇ ਮਹਾਰਾਜੇ, ਸਭ ਦੇ ਬਾਰੇ ਇਹ ਪੁਸਤਕਾਂ ਮਿਲਦੀਆਂ ਤੇ ਕਈ ਦਰਜਨ ਦੇ ਵਿੱਚ ਮਿਲਦੀਆਂ ਹਨ।
ਤੋ ਇਸ ਕਰਕੇ ਨਾਮ ਤਾਂ ਨਵਾਂ ਨਹੀਂ ਸੀ। ਹਾਂ, ਇਹ ਠੀਕ ਹੈ ਕਿ ਸਿੱਖਾਂ ਦੇ ਵਿੱਚ ਇਸ ਤੋਂ ਪਹਿਲਾਂ ਇਹ ਪ੍ਰਚਲਿਤ ਨਹੀਂ ਸੀ, ਇੱਥੇ ਨਵਾਂ ਨਾਮ ਹੈ। ਮੰਨਿਆ ਜਾਂਦਾ ਕਿ ਜਿਹੜਾ ਗੁਰਬਿਲਾਸ ਦੇ ਵਿੱਚ ਬਿਲਾਸ ਸ਼ਬਦ ਲਿਖਿਆ ਹੈ, ਇਹ ਮੂਲ ਹਿੰਦੀ ਸ਼ਬਦ ਜਿਹੜਾ ਵਿਲਾਸ ਹੈ ਵਵੇ ਨਾਲ, ਉਹਦਾ ਹੀ ਰੂਪ ਹੈ। ਤੇ ਇਹਦਾ ਹੀ ਜਿਹੜਾ ਅਰਥ ਹੈ ਉਹ ਕੌਤਕ ਹੈ ਜਾਂ ਕ੍ਰੀੜਾ ਲੀਲਾ, ਇਹਨਾਂ ਅਰਥਾਂ ਦੇ ਵਿੱਚ ਇਹਨੂੰ ਵਰਤਿਆ ਜਾਂਦਾ। ਤੋ ਇਹਦੀ ਵਰਤੋਂ ਅਸੀਂ ਹੋਰ ਵੀ ਢੰਗ ਨਾਲ ਵਰਤਦੇ ਹਾਂ, ਜਿਵੇਂ ਆਪਸ ਵਿੱਚ ਗੱਲਬਾਤ ਨੂੰ ਅਸੀਂ ਬਚਨ ਬਿਲਾਸ ਕਹਿ ਦਿੰਦੇ ਹਾਂ, ਜਾਂ ਭੋਗ ਬਿਲਾਸ ਸ਼ਬਦ ਜਿਹੜਾ ਹੈ ਉਹਦੇ ਵਿੱਚ ਵੀ ਬਿਲਾਸ ਸ਼ਬਦ ਆ ਜਾਂਦਾ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਬਿਲਾਸ ਸ਼ਬਦ ਕਿਸੇ ਮਹਾਂਪੁਰਖ ਜਾਂ ਨਾਇਕ ਦੇ ਜੀਵਨ ਬਿਰਤਾਂਤ ਨੂੰ ਲਿਖੇ ਜਾਣ ਦੀ ਇੱਕ ਅਲੱਗ ਸਾਹਿਤ ਵੰਨਗੀ ਕਹੀ ਜਾ ਸਕਦੀ ਹੈ। ਇਹ ਉਹ ਵੰਨਗੀ ਹੈ ਜਿਹਦੇ ਵਿੱਚ ਥੋੜੀ ਜਿਹੀ ਰੌਚਕਤਾ ਜ਼ਿਆਦਾ ਹੁੰਦੀ ਹੈ। ਤੋ ਇਹ ਰੌਚਕਤਾ ਜਿਹੜੀ ਹੈ ਉਹਨੂੰ ਪੈਦਾ ਕਰਨ ਦਾ ਢੰਗ ਇਹੀ ਹੁੰਦਾ ਹੈ ਕਿ ਨਾਇਕ ਦਾ ਜਿਹੜਾ ਜੀਵਨ ਹੈ ਉਹਦਾ ਸਰਵਪੱਖੀ ਵਰਣਨ ਹੁੰਦਾ ਹੈ। ਭਾਵ ਉਹਦਾ ਸਮਾਜਿਕ ਜੀਵਨ ਕੈਸਾ ਸੀ, ਪਰਿਵਾਰਕ ਜੀਵਨ ਕੈਸਾ ਸੀ, ਮਨੋਵਿਗਿਆਨਕ ਪੱਖ ਕੈਸਾ ਸੀ, ਪਰਸਨਲ ਰਿਲੇਸ਼ਨਸ ਕੈਸੇ ਸਨ, ਗੱਲਬਾਤ ਕਿਵੇਂ ਹੁੰਦੀ ਸੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਜਾਗਰ ਕਰਕੇ ਤੇ ਕਥਾ ਨੂੰ ਉਜਾਗਰ ਕੀਤਾ ਜਾਂਦਾ ਹੈ। ਹੁਣ ਇਹ ਸਾਰੀਆਂ ਗੱਲਾਂ ਦੱਸਣ ਦੇ ਨਾਲ ਜਿਹੜਾ ਨਾਇਕ ਹੁੰਦਾ ਹੈ, ਜਿਹਦੇ ਬਾਰੇ ਪੁਸਤਕ ਲਿਖੀ ਜਾ ਰਹੀ ਹੁੰਦੀ ਹੈ, ਉਹਦਾ ਇੱਕ ਹਿਊਮਨ ਐਂਗਲ ਜਾਂ ਮਨੁੱਖੀ ਜੀਵਨ ਦਾ ਪੱਖ ਜਿਹੜਾ ਹੈ ਉਹ ਵੀ ਸਾਡੇ ਸਾਹਮਣੇ ਆ ਜਾਂਦਾ ਹੈ। ਤੇ ਉਹਦੇ ਨਾਲ ਅਸਰ ਇਹ ਹੁੰਦਾ ਹੈ ਕਿ ਜਿਹੜਾ ਪਾਠਕ ਹੈ ਜਾਂ ਇਹਨੂੰ ਸੁਣਨ ਵਾਲਾ ਸਰੋਤਾ ਹੈ, ਉਹਨੂੰ ਥੋੜੀ ਜਿਹੀ ਉਹਦੇ ਨਾਲ ਇੱਕ ਸਾਂਝ ਜਿਹੀ ਮਹਿਸੂਸ ਹੁੰਦੀ ਹੈ ਕਿ ਜਿਵੇਂ ਅਸੀਂ ਜੀਵਨ ਜਿਉਂਦੇ ਹਾਂ ਉਵੇਂ ਇਹ ਨਾਇਕ ਵੀ ਜੀਵਨ ਜਿਉਂਦਾ ਹੈ। ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਜੀਵਨ ਮਹਾਨ ਪੁਰਸ਼ਾਂ ਦੇ ਲਿਖੇ ਜਾਂਦੇ ਹਨ ਜਾਂ ਸੁਣਾਏ ਜਾਂਦੇ ਹਨ, ਤੇ ਉਹਦੇ ਵਿੱਚ ਉਹਨਾਂ ਨੂੰ ਇੱਕ ਸੁਪਰ ਹਿਊਮਨ ਦੇ ਤੌਰ ਦੇ ਉੱਤੇ ਪੇਸ਼ ਕਰਨ ਦੀ ਟੈਂਡੈਂਸੀ ਵੀ ਕਾਫੀ ਹੁੰਦੀ ਹੈ। ਤੋ ਇਹਦੇ ਵਿੱਚ ਥੋੜਾ ਜਿਹਾ ਉਹਨੂੰ ਉਹਦੇ ਹਿਊਮਨ ਐਂਗਲ ਨੂੰ ਥੋੜਾ ਜਿਹਾ ਜ਼ਿਆਦਾ ਚੰਗੀ ਤਰ੍ਹਾਂ ਦਿਖਾਇਆ ਹੁੰਦਾ। ਪਰ ਜਦੋਂ ਅਸੀਂ ਇਹ ਸੋਚਦੇ ਹਾਂ ਕਿ ਇਹ ਜੀਵਨ ਧਾਰਮਿਕ ਵਿਅਕਤੀਆਂ ਦੇ, ਖਾਸ ਕਰਕੇ ਇੱਕ ਧਰਮ ਦੇ ਮੁਖੀਆਂ ਦੇ ਜੀਵਨ ਦੇ ਲਿਖੇ ਗਏ ਹਨ, ਤਾਂ ਫਿਰ ਇਹਨਾਂ ਦੇ ਜੀਵਨ ਨੂੰ ਪੜ੍ਹਨ ਸੁਣਨ ਦੀ ਮੁੱਖ ਪ੍ਰੇਰਨਾ ਸਾਡੀ ਉਹਨਾਂ ਦੀਆਂ ਸਿੱਖਿਆਵਾਂ ਦੇ ਬਾਰੇ ਜਾਣਨ ਦੀ ਸਿੱਖਿਆਵਾਂ ਨੂੰ ਜਾਣਨ ਦੀ ਹੁੰਦੀ ਹੈ, ਤੇ ਨਾਲ ਹੀ ਇਹ ਕਿ ਉਹਨਾਂ ਨੇ ਜੀਵਨ ਦੇ ਵਿੱਚ ਇਹ ਸਿੱਖਿਆਵਾਂ ਕਿੱਦਾਂ ਕਮਾ ਕੇ ਸਾਨੂੰ ਦੱਸੀਆਂ। ਤੋ ਇਹ ਦੋ ਚੀਜ਼ਾਂ ਸਾਡਾ ਧਿਆਨ ਮੇਨ ਹੁੰਦਾ ਹੈ। ਪਰ ਜਦੋਂ ਸਿੱਖਿਆਵਾਂ ਨੂੰ ਕੇਂਦਰ ਦੇ ਵਿੱਚ ਰੱਖ ਕੇ ਜੀਵਨ ਲਿਖੇ ਜਾਂਦੇ ਹਨ, ਤਾਂ ਉਹਦੇ ਵਿੱਚ ਹਿਊਮਨ ਐਂਗਲ ਥੋੜਾ ਜਿਹਾ ਘਟ ਜਾਂਦਾ ਹੈ, ਤੇ ਪਾਠਕਾਂ ਲਈ ਉਹ ਖਿੱਚ ਨਹੀਂ ਰੱਖਦੇ, ਤੇ ਉਹ ਕੇਵਲ ਇੱਕ ਧਾਰਮਿਕ ਗ੍ਰੰਥ ਜਾਂ ਧਾਰਮਿਕ ਪੁਸਤਕ ਦੇ ਤੌਰ ਦੇ ਉੱਤੇ ਹੀ ਸਾਡੇ ਸਾਹਮਣੇ ਆਉਂਦੇ ਹਨ, ਜਿਹਦੇ ਨਾਲ ਉਹਦੇ ਚੋਂ ਰੌਚਕਤਾ ਨਹੀਂ ਹੁੰਦੀ ਜਿਹੜੀ ਆਮ ਤੌਰ ਦੇ ਉੱਤੇ ਜਿਹੜੀ ਸਾਹਿਤ ਦੇ ਵਿੱਚ ਸਾਨੂੰ ਮਿਲਦੀ ਹੈ। ਹੁਣ ਜਿਹੜੇ ਪਾਠਕ ਤਾਂ ਬਿਲਕੁਲ ਸੀਰੀਅਸਲੀ ਧਾਰਮਿਕ ਨਜ਼ਰੀਏ ਤੋਂ ਹੀ ਇਹ ਜੀਵਨ ਪੜ੍ਹਨੇ ਚਾਹੁੰਦੇ ਹਨ, ਉਹਨਾਂ ਨੂੰ ਤਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਦਾ ਮੁੱਖ ਮੰਤਵ ਹੀ ਉਹਨਾਂ ਦੀਆਂ ਸਿੱਖਿਆਵਾਂ ਵੱਲ ਕਨਸੈਂਟਰੇਟ ਕਰਨਾ ਹੁੰਦਾ ਹੈ। ਪਰ ਜਿਹੜੇ ਲੋਕ ਨਾਲ ਰੌਚਕਤਾ ਵੀ ਚਾਹੁੰਦੇ ਹੁੰਦੇ ਹਨ, ਉਹਨਾਂ ਵਾਸਤੇ ਉਹ ਪੁਸਤਕਾਂ ਜਿਹੜੀਆਂ ਹਨ ਥੋੜ੍ਹੀਆਂ ਜਿਹੀਆਂ ਔਖੀਆਂ ਹੋ ਜਾਂਦੀਆਂ ਹਨ ਪੜ੍ਹਨੀਆਂ ਜਾਂ ਸੁਣਨੀਆਂ, ਜੋ ਵੀ ਹੋਵੇ। ਪਰ ਜੇ ਇਹਨਾਂ ਨੂੰ ਰੌਚਕ ਬਣਾ ਕੇ ਲਿਖਿਆ ਜਾਂਦਾ ਹੈ, ਤੇ ਉਹਦਾ ਇੱਕ ਆਮ ਤੌਰ ਤੇ ਇਹ ਫਾਇਦਾ ਦੱਸਿਆ ਜਾਂਦਾ ਹੈ ਕਿ ਉਹ ਲੋਕ ਜਿਹੜੇ ਉਨੇ ਜ਼ਿਆਦਾ ਡਿਵੋਟਿਡ ਨਹੀਂ ਹੁੰਦੇ ਧਾਰਮਿਕ ਪੱਖ ਨੂੰ, ਉਹ ਵੀ ਇਹਨਾਂ ਵੱਲ ਖਿੱਚੇ ਜਾਂਦੇ ਹਨ। ਤੇ ਫਿਰ ਜਦੋਂ ਖਿੱਚੇ ਜਾਂਦੇ ਹਨ, ਤੇ ਹੌਲੀ ਹੌਲੀ ਉਹਨਾਂ ਦੇ ਉੱਤੇ ਵੀ ਅਸਰ ਹੁੰਦਾ ਹੈ, ਤੇ ਉਹਨਾਂ ਦੇ ਜੀਵਨ ਦੇ ਵਿੱਚ ਵੀ ਧਰਮ ਦਾ ਜਿਹੜਾ ਪ੍ਰਵੇਸ਼ ਹੈ ਉਹ ਹੋਣਾ ਸ਼ੁਰੂ ਹੋ ਜਾਂਦਾ ਹੈ। ਹੁਣ ਇਹ ਲੌਜਿਕ ਤਾਂ ਬਿਲਕੁਲ ਠੀਕ ਹੈ, ਪਰ ਇਹਦੇ ਵਿੱਚ ਇੱਕ ਚੀਜ਼ ਧਿਆਨ ਰੱਖਣ ਵਾਲੀ ਜਿਹੜੀ ਹੁੰਦੀ ਹੈ ਕਿ ਰੌਚਕਤਾ ਦਾ ਫਾਇਦਾ ਇਸ ਪੱਖ ਤੋਂ ਸਿਰਫ ਤਾਂ ਹੀ ਹੋ ਸਕਦਾ ਹੈ ਕਿ ਜੇ ਉਹਦੇ ਵਿੱਚ ਉਪਦੇਸ਼ਾਤਮਕ ਪੱਖ ਜਾਂ ਸਿਧਾਂਤਕ ਪੱਖ ਵੀ ਉਨਾ ਹੀ ਮਜ਼ਬੂਤ ਹੋਵੇ, ਉਨਾ ਹੀ ਵਿਸਥਾਰ ਸਹਿਤ ਦਿੱਤਾ ਹੋਵੇ, ਤੇ ਫਿਰ ਤਾਂ ਰੌਚਕਤਾ ਜਿਹੜੀ ਹੈ ਉਹ ਉਪਦੇਸ਼ਾਂ ਨੂੰ ਹੋਰ ਸਪਸ਼ਟ ਕਰਕੇ ਔਰ ਰੌਚਕ ਬਣਾ ਕੇ ਸਾਡੇ ਜੀਵਨ ਦੇ ਵਿੱਚ ਜ਼ਿਆਦਾ ਅਸਰ ਕਰਨ ਦੀ ਕਪੈਸਿਟੀ ਰੱਖਦੀ ਹੈ। ਹੁਣ ਇਹ ਜਿਹੜੀ ਗੁਰਬਿਲਾਸ ਲਿਖੇ ਗਏ ਹਨ, ਇਹਨਾਂ ਨੇ ਸਿੱਖ ਇਤਿਹਾਸ ਨੂੰ ਬੜੇ ਰੌਚਕ ਤੇ ਰੋਮਾਂਚਕ ਢੰਗ ਦੇ ਨਾਲ ਲਿਖੇ ਜਾਣ ਦੀ ਨਵੀਂ ਰਵਾਇਤ ਸ਼ੁਰੂ ਕੀਤੀ। ਇਹ ਜਿਵੇਂ ਪਹਿਲਾਂ ਆਪਾਂ ਜ਼ਿਕਰ ਕੀਤਾ ਹੈ ਕਿ ਸਰਵਪੱਖੀ ਵਰਣਨ ਇਹਦੇ ਵਿੱਚ ਹੈ, ਸਮਾਜਿਕ, ਪਰਿਵਾਰਕ, ਮਨੋਵਿਗਿਆਨਕ ਆਦਿਕ ਜਿਹੜਾ ਹੈ ਉਹਨੂੰ ਲਿਖ ਕੇ ਜਿਹੜਾ ਹੈ ਇਤਿਹਾਸ ਲਿਖਿਆ ਗਿਆ। ਮੈਂ ਸਮਰਾਈਜ਼ ਕਰ ਰਿਹਾ ਹਾਂ। ਤੇ ਫਿਰ ਦੂਜਾ ਇਹਦੇ ਵਿੱਚ ਜਿਹੜਾ ਪੱਖ ਆਉਂਦਾ ਕਿ ਇਹਦੇ ਵਿੱਚ ਨਾਟਕੀ ਪੱਖ ਵੀ ਕਾਫੀ ਹੁੰਦਾ ਹੈ, ਭਾਵ ਜਿਹੜੇ ਵਾਰਤਾਲਾਪ ਆਦਿਕ ਦੇ ਰਾਹੀਂ ਜਿਹੜੀ ਸਿਚੁਏਸ਼ਨ ਨੂੰ ਡਿਵੈਲਪ ਕਰਕੇ ਤੇ ਪਾਠਕਾਂ ਦੇ ਸਾਹਮਣੇ ਰੱਖਣ ਦੀ ਜਿਹੜੀ ਕਲਾ ਹੈ ਉਹ ਵੀ ਜਿਹੜੀ ਹੈ
ਇਹਦੇ ਵਿੱਚ ਡਿਵੈਲਪ ਹੋਈ। ਤਾਂ ਪਹਿਲੀ ਸਾਂਝ ਜਿਹੜੀ ਇਹਨਾਂ ਤਿੰਨਾਂ ਪੁਸਤਕਾਂ ਦੇ ਵਿੱਚ ਉਹ ਰੌਚਕਤਾ ਦੀ ਹੈ। ਸਿਰਫ ਸਿੱਖਿਆ ਤੇ ਇਤਿਹਾਸ ਦੀ ਗੱਲ ਨਹੀਂ, ਰੌਚਕਤਾ ਇਹਨਾਂ ਦਾ ਇੱਕ ਬੜਾ ਵੱਡਾ ਜਿਹੜਾ ਪੱਖ ਹੈ ਕਿ ਸਿਰਫ ਇਤਿਹਾਸ ਜਾਂ ਸਿੱਖਿਆਤਮਕ ਪੱਖ ਹੀ ਇਹਨਾਂ ਨੇ ਨਹੀਂ ਰੱਖਿਆ, ਬਾਕੀ ਪੱਖ ਵੀ ਇਹਨਾਂ ਨੇ ਨਾਲ ਰੱਖੇ। ਇਹ ਇਹਨਾਂ ਦੀ ਕਾਮਨ ਚੀਜ਼ ਹੈ ਤਿੰਨਾਂ ਪੁਸਤਕਾਂ ਤੇ। ਦੂਜੀ ਜਿਹੜੀ ਚੀਜ਼ ਸਾਨੂੰ ਇਹਨਾਂ ਦੀ ਸਾਂਝ ਨਜ਼ਰ ਆਉਂਦੀ ਹੈ ਉਹ ਇਹ ਹੈ ਕਿ ਸਾਨੂੰ ਇਹਦੇ ਵਿੱਚ ਗੁਰ ਸਿੱਖਿਆਵਾਂ, ਹੁਣ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਗੁਰੂ ਦੀਆਂ ਸਿੱਖਿਆਵਾਂ, ਗੁਰਬਾਣੀ ਦੀ ਵਿਆਖਿਆ, ਸਿਧਾਂਤਾਂ ਦੀ ਵਿਆਖਿਆ, ਇਹਨਾਂ ਚੀਜ਼ਾਂ ਦੇ ਬਾਰੇ ਇਹਨਾਂ ਲੇਖਕਾਂ ਦਾ ਨਜ਼ਰੀਆ ਜਿਹੜਾ ਹੈ ਉਹ ਸਾਡਾ ਧਿਆਨ ਜ਼ਰੂਰ ਖਿੱਚਦਾ। ਇਹ ਇੱਕ ਨਵੇਂ ਤਰੀਕੇ ਨਾਲ ਇਹਨਾਂ ਨੇ ਲਿਖਿਆ। ਇਸ ਤੋਂ ਪਹਿਲੇ ਦੀਆਂ ਜਿਹੜੀਆਂ ਇਤਿਹਾਸਕ ਪੁਸਤਕਾਂ ਦੇ ਵਿੱਚ ਗੁਰਬਾਣੀ ਨੂੰ ਤੇ ਗੁਰਬਾਣੀ ਦੀ ਵਿਆਖਿਆ ਦਾ ਸਥਾਨ ਬਹੁਤ ਮਹੱਤਵਪੂਰਨ, ਕਾਫੀ ਉੱਚਾ ਥਾਂ ਉਹਦਾ ਰੱਖਿਆ ਗਿਆ ਹੈ। ਕਈ ਥਾਂ ਦੇ ਉੱਤੇ ਗੁਰਬਾਣੀ ਦੀਆਂ ਟੂਕਾਂ ਦੇਣ ਤੇ ਜ਼ੋਰ ਹੈ, ਜਿਵੇਂ ਅਸੀਂ ਪੁਰਾਤਨ ਜਨਮ ਸਾਖੀ 'ਚ ਦੇਖਿਆ ਸੀ, ਉਹਨਾਂ ਦੀ ਵਿਆਖਿਆ ਨਹੀਂ ਕੀਤੀ ਉਹਨਾਂ ਨੇ ਉਸ ਤਰ੍ਹਾਂ। ਪਰ ਬਹੁਤ ਸਾਰੀਆਂ ਥਾਵਾਂ ਤੇ 100-150 ਥਾਵਾਂ ਦੇ ਉੱਤੇ ਕਿਉਂਕਿ ਆਕਾਰ ਵੀ ਉਹਦਾ ਛੋਟਾ ਹੈ ਤੇ ਬਹੁਤ ਸਾਰੀਆਂ ਥਾਵਾਂ ਤੇ ਗੁਰਬਾਣੀ ਕੋਟ ਹੋਈ ਹੈ। ਕਈ ਥਾਵਾਂ ਤੇ ਉਸ ਜ਼ਮਾਨੇ ਦੇ ਵਿੱਚ ਜਦੋਂ ਇਹ ਲਿਖੀ ਗਈ ਉਦੋਂ ਪ੍ਰਚਲਿਤ ਹੋ ਚੁੱਕੀ ਕੱਚੀ ਬਾਣੀ ਵੀ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਲਿਖੀ ਹੈ, ਪਰ ਉਹ ਵੀ ਸਿਧਾਂਤਾਂ ਨੂੰ ਸਪਸ਼ਟ ਕਰਨ ਲਈ ਹੀ ਲਿਖੀ ਗਈ ਹੈ, ਭਾਵੇਂ ਸਾਨੂੰ ਉਹ ਪ੍ਰਵਾਨ ਨਹੀਂ। ਤਾਂ ਇਹ ਬਾਣੀ ਦਾ ਪੱਖ ਉਹਦੇ ਵਿੱਚ ਬਹੁਤ ਜ਼ੋਰ ਹੈ। ਤੇ ਫਿਰ ਅੱਗੇ ਚੱਲਦੇ ਹਾਂ ਤੇ ਕਈ ਪੁਸਤਕਾਂ ਦੇ ਵਿੱਚ ਤਾਂ ਬਾਣੀਆਂ ਦੀਆਂ ਵਿਆਖਿਆ ਦੇ ਉੱਤੇ ਵੀ ਬਹੁਤ ਜ਼ੋਰ ਹੈ, ਔਰ ਕਈ ਵਾਰੀ ਤਾਂ ਲੰਬੀਆਂ ਬਾਣੀਆਂ ਦੀ ਵੀ ਸੰਪੂਰਨ ਵਿਆਖਿਆ ਕੀਤੀ ਗਈ ਹੈ। ਜਿਵੇਂ ਭਾਈ ਮਨੀ ਸਿੰਘ ਜੀ ਦੇ ਨਾਮ ਨਾਲ ਸੰਬੰਧਿਤ ਗਿਆਨ ਰਤਨਾਵਲੀ ਨੂੰ ਲੈ ਲਈਏ, ਉਹਦੇ ਵਿੱਚ ਵੀ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨ ਦੀਆਂ ਜੀਵਨੀ ਲਿਖਣ ਦੇ ਜਦੋਂ ਹੋਰ ਪੈਰੋਕਾਰ ਜਿਹੜੇ ਹੋਏ ਹਨ, ਹੋਰ ਮਤਾਂ ਦੇ ਪੈਰੋਕਾਰਾਂ ਨਾਲ ਉਹਨਾਂ ਦੀਆਂ ਡਿਸਕਸ਼ਨਸ ਹੋਈਆਂ, ਚਰਚਾਵਾਂ ਹੋਈਆਂ, ਉਹਦੇ ਵਿੱਚ ਵੀ ਸਿਧਾਂਤਕ ਪੱਖ ਨੂੰ ਬਹੁਤ ਚੰਗੀ ਤਰ੍ਹਾਂ ਵਿਆਖਿਆ ਕੀਤੀ ਗਈ ਹੁੰਦੀ ਹੈ। ਹੁਣ ਇੱਕ ਇਤਿਹਾਸਕ ਸਰੋਤ ਘੱਟੋ ਘੱਟ ਇੱਕ ਐਸਾ ਹੈ ਜਿਹੜਾ ਸਾਡੇ ਕੋਲ, ਤਾਂ ਅਸੀਂ ਤਾਂ ਉਹਨੂੰ ਕਦੀ ਪੜ੍ਹਦੇ ਨਹੀਂ ਕਿਉਂਕਿ ਉਹਦੇ ਬਾਰੇ ਸਾਡੀ ਭਾਵਨਾ ਕੋ ਬਹੁਤ ਚੰਗੀ ਨਹੀਂ, ਜਿਹੜਾ ਮੀਣਿਆਂ ਵੱਲੋਂ ਮਿਹਰਬਾਨ ਵਾਲੀ ਜਨਮ ਸਾਖੀ ਲਿਖੀ ਗਈ। ਕਿਉਂਕਿ ਮੀਣਿਆਂ ਦੇ ਵਾਸਤੇ ਭਾਈ ਗੁਰਦਾਸ ਜੀ ਨੇ ਵੀ ਬੜੇ ਉਹੋ ਜਿਹੇ ਸ਼ਬਦ ਲਿਖੇ ਤੇ ਉਸ ਤੋਂ ਬਾਅਦ ਬਾਕੀਆਂ ਨੇ ਵੀ, ਹੋਰਾਂ ਨੇ ਲਿਖੇ, ਤੇ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਦੇ ਵਿੱਚ ਉਹਨਾਂ ਤੇ ਕਾਫੀ ਦੂਸ਼ਣ ਵੀ ਲਗਾਏ। ਤੋ ਇਸ ਕਰਕੇ ਸਾਡੇ ਮਨ ਦੇ ਵਿੱਚ ਉਹਨਾਂ ਦੇ ਵਾਸਤੇ ਨੈਗੇਟਿਵ ਭਾਵਨਾ ਬਹੁਤ ਹੁੰਦੀ ਹੈ, ਕਿਉਂਕਿ ਉਹਨਾਂ ਦਾ ਰੋਲ ਵੀ ਥੋੜਾ ਜਿਹਾ ਉਸੇ ਤਰ੍ਹਾਂ ਦਾ ਹੀ ਰਿਹਾ। ਪਰ ਜਿੱਥੋਂ ਤੱਕ ਇਸ ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ ਦੀ ਗੱਲ ਹੈ, ਇਹਦੀ ਇੱਕ ਵਿਲੱਖਣਤਾ ਬੜੀ ਵੱਖਰੀ ਹੈ ਸਾਰਿਆਂ ਤੋਂ, ਕਿ ਇਹ ਮੁੱਖ ਤੌਰ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਆਧਾਰ ਬਣਾ ਕੇ ਹੈ ਅਸਲ ਵਿੱਚ ਗੁਰਬਾਣੀ ਦੀ ਤੇ ਸਿਧਾਂਤਾਂ ਦੀ ਵਿਆਖਿਆ ਹੀ ਹੈ। ਉਹਨਾਂ ਨੇ ਸਾਖੀਆਂ ਦੇ ਉੱਤੇ ਵੀ ਸਾਖੀਆਂ ਨਹੀਂ ਲਿਖਿਆ, ਉਹਨਾਂ ਨੂੰ ਪਰਮਾਰਥ ਕਹਿੰਦੇ ਹਨ। ਤੇ ਪਰਮਾਰਥ ਉਸ ਜ਼ਮਾਨੇ ਦੇ ਵਿੱਚ ਸ਼ਬਦ ਜਿਹੜਾ ਵਰਤਿਆ ਜਾਂਦਾ ਸੀ, ਉਹਦੇ ਅਰਥ ਉਹੀ ਸਨ ਜਿਵੇਂ ਅੱਜ ਅਸੀਂ ਵਿਆਖਿਆ ਦੇ ਵਾਸਤੇ ਵਰਤਦੇ ਹਾਂ। ਉਸ ਜ਼ਮਾਨੇ 'ਚ ਉਹ ਪਰਮਾਰਥ ਕਿਹਾ ਜਾਂਦਾ ਸੀ। ਮਹਿਮਾ ਪ੍ਰਕਾਸ਼ ਵਿੱਚ ਵੀ ਪਰਮਾਰਥ ਤੇ ਬੜਾ ਜ਼ੋਰ ਹੈ, ਉੱਥੇ ਵੀ ਪਰਮਾਰਥ ਸ਼ਬਦ ਹੀ ਵਰਤਿਆ ਗਿਆ। ਤਾਂ ਜਾਪਦਾ ਹੈ ਕਿ ਉਸ ਜ਼ਮਾਨੇ ਦੇ ਵਿੱਚ ਪਰਮਾਰਥ ਦਾ ਅਰਥ ਉਹੀ ਸੀ ਜੋ ਅੱਜ ਵਿਆਖਿਆ ਦਾ ਹੈ। ਉਹਦਾ ਇਹ ਬੜਾ ਇੰਪੋਰਟੈਂਟ ਪੱਖ ਹੈਗਾ ਮਿਹਰਬਾਨ ਵਾਲੀ ਜਨਮ ਸਾਖੀ ਦਾ, ਕਿ ਉਹਨੇ ਵਿਆਖਿਆ ਲਿਖੀ, ਔਰ ਵਿਆਖਿਆ ਵੀ ਕਈ ਥਾਵਾਂ ਤੇ ਬਹੁਤ ਕਮਾਲ ਦੀ ਲਿਖੀ ਹੋਈ ਹੈ। ਤਾਂ ਮੋਟੇ ਤੌਰ ਦੇ ਉੱਤੇ ਅਸੀਂ ਕਹੀਏ ਕਿ ਜਿੰਨੇ ਵੀ ਪੁਰਾਣੇ ਇਤਿਹਾਸਕ ਸਰੋਤ ਸਨ, ਉਹਨਾਂ ਸਾਰਿਆਂ ਦੇ ਵਿੱਚ ਹੀ ਗੁਰਬਾਣੀ ਤੇ ਗੁਰਬਾਣੀ ਦੀ ਵਿਆਖਿਆ, ਸਿਧਾਂਤਾਂ ਦੀ ਵਿਆਖਿਆ, ਇਹ ਬਹੁਤ ਮਹੱਤਵਪੂਰਨ ਹੁੰਦੀ ਸੀ। ਔਰ ਅਸਲ ਦੇ ਵਿੱਚ ਗੁਰੂਆਂ ਦੇ ਜੀਵਨ ਦੇ ਵਿੱਚ ਐਸਾ ਹੋਣਾ ਵੀ ਚਾਹੀਦਾ ਸੀ। ਪਰ ਜਦੋਂ ਅਸੀਂ ਗੁਰਬਿਲਾਸਾਂ ਤੱਕ ਪਹੁੰਚਦੇ ਹਾਂ ਤਾਂ ਇਹਦੇ ਵਿੱਚ ਲੇਖਕਾਂ ਨੇ ਕੀ ਕੀਤਾ ਹੈ ਕਿ ਗੁਰਬਾਣੀ ਤੇ ਸਿਧਾਂਤਾਂ ਨੂੰ, ਉਹਦੀ ਵਿਆਖਿਆ ਨੂੰ ਉਨੀ ਮਹੱਤਤਾ ਨਹੀਂ ਦਿੱਤੀ ਜਿਹੜੀ ਪਹਿਲੇ ਇਤਿਹਾਸਕਾਰਾਂ ਨੇ ਦਿੱਤੀ ਹੈ। ਹੁਣ ਇਹ ਪੱਖ ਜਿਹੜਾ ਵਿਆਖਿਆ ਦਾ ਸਿਧਾਂਤਕ ਪੱਖ ਅਸੀਂ ਕਹਿ ਲਈਏ, ਇਹ ਗੁਰਬਿਲਾਸਾਂ ਵਿੱਚ ਪਹਿਲੇ ਨਾਲੋਂ ਕਮਜ਼ੋਰ ਹੋ ਗਿਆ, ਹੌਲਾ ਹੋ ਗਿਆ, ਘੱਟ ਮਹੱਤਵਪੂਰਨ ਹੋ ਗਿਆ। ਤੇ ਇਹ ਗੱਲ ਸਾਡੇ ਮਨ ਦੇ ਵਿੱਚ ਇੱਕ ਹੈਰਾਨੀ ਜ਼ਰੂਰ ਪੈਦਾ ਕਰਦੀ ਹੈ ਤੇ ਕੁਝ ਪ੍ਰਸ਼ਨ ਵੀ ਖੜੇ ਕਰਦੀ ਹੈ ਕਿ ਜੇ ਅਸੀਂ ਗੁਰੂ ਸਾਹਿਬ ਦੇ ਜੀਵਨ ਬਾਰੇ ਦੱਸਣਾ ਹੈ ਤਾਂ ਸਿਧਾਂਤਕ ਪੱਖ ਉਹਦੇ ਵਿੱਚੋਂ ਕਾਫੀ ਘਟਾ ਦਿੱਤਾ ਗਿਆ, ਕਮਜ਼ੋਰ ਕਰ ਦਿੱਤਾ ਗਿਆ, ਤਾਂ ਫਿਰ ਗੁਰੂਆਂ ਦਾ ਜੀਵਨ ਲਿਖਣ ਦੇ ਪਿੱਛੇ ਮਨੋਰਥ ਜਿਹੜਾ ਸੀ, ਕੀ ਉਹ ਪੂਰਾ ਹੋ ਜਾਂਦਾ ਹੈ ਇਹਨਾਂ ਗੁਰਬਿਲਾਸਾਂ ਦੇ ਵਿੱਚ? ਇਹ ਸਾਡੇ ਸਾਹਮਣੇ ਪ੍ਰਸ਼ਨ ਪੈਦਾ ਹੋ ਜਾਂਦਾ ਹੈ, ਇਹ ਪੁਸਤਕਾਂ ਦੇ ਬਾਰੇ ਵੀ ਤੇ ਇਹਦੇ ਲੇਖਕਾਂ ਦੇ ਬਾਰੇ ਵੀ। ਕਿਉਂਕਿ ਇਹ ਸਵਾਲ ਖੜੇ ਹੋ ਜਾਂਦੇ ਹਨ ਕਿ ਇਹ ਪੁਸਤਕਾਂ ਲਿਖਣ ਦਾ ਮਨੋਰਥ ਕੀ ਸੀ ਉਹਨਾਂ ਦੇ ਮਨ ਦੇ ਵਿੱਚ, ਜਦੋਂ ਸਿਧਾਂਤਕ ਪੱਖ ਨੂੰ ਕਮਜ਼ੋਰ ਕਰ ਦਿੱਤਾ ਗਿਆ।
ਇਹ ਤਿੰਨਾਂ ਹੀ ਗੁਰਬਿਲਾਸਾਂ ਦੇ ਵਿੱਚ ਇਹ ਵਰਤਾਰਾ ਜਿਹੜਾ ਹੈ ਉਹ ਵਾਪਰ ਰਿਹਾ। ਤੀਜੀ ਜਿਹੜੀ ਸਾਂਝ ਸਾਨੂੰ ਇਹਨਾਂ ਦੇ ਸਟੱਡੀ ਤੋਂ ਹੁਣ ਤੱਕ ਜਿਹੜੀ ਆਪਾਂ ਕੀਤੀ ਹੈ, ਪੜਚੋਲ ਕੀਤੀ ਹੈ, ਉਹ ਸਾਡੇ ਸਾਹਮਣੇ ਜਿਹੜੀ ਆਉਂਦੀ ਹੈ ਕਿ ਤਿੰਨਾਂ ਹੀ ਪੁਸਤਕਾਂ ਦੇ ਵਿੱਚ ਲੇਖਕਾਂ ਦੀ ਪੌਰਾਣਿਕ ਕਥਾਵਾਂ ਵੱਲ ਬਹੁਤ ਹੀ ਰੁਚੀ ਹੈ, ਬੜਾ ਵਿਸ਼ੇਸ਼ ਰੁਚੀ ਤੇ ਵਿਸ਼ੇਸ਼ ਲਗਾਓ ਹੈ। ਨਾ ਸਿਰਫ ਲੇਖਕ ਬਾਰ-ਬਾਰ ਪੌਰਾਣਿਕ ਪਾਤਰਾਂ ਤੇ ਕਹਾਣੀਆਂ ਨੂੰ ਦੱਸਦੇ ਹਨ, ਉਹ ਇਨ ਬਿਨ ਉੱਥੋਂ ਦੀਆਂ ਹੀ ਕਹਾਣੀਆਂ ਚੁੱਕ ਕੇ ਸਾਨੂੰ ਬਹਾਨੇ ਨਾਲ ਵਿਆਖਿਆ ਕਰਕੇ ਦੱਸ ਦਿੰਦੇ ਹਨ। ਤੇ ਜਦੋਂ ਉਹ ਇਸ ਇਤਿਹਾਸ ਦੇ ਪਾਤਰਾਂ ਦਾ ਵੀ ਜਿਹੜਾ ਸ਼ਖਸੀਅਤ ਦੀ ਉਸਾਰੀ ਕਰਦੇ ਹਨ, ਤਾਂ ਉਹਦੇ ਵਿੱਚ ਵੀ ਪੌਰਾਣਿਕ ਤੱਤ ਆਟੋਮੈਟਿਕਲੀ ਉਹ ਪੌਰਾਣਿਕ ਕਹਾਣੀਆਂ ਵਰਗੇ ਹੀ ਪਾਤਰ ਬਣਾ ਦਿੰਦੇ। ਤੇ ਜਦੋਂ ਅਕਾਲ ਪੁਰਖ ਦੀ ਉਸਤਤ ਕਰਦੇ ਹਨ, ਗੁਰੂਆਂ ਦੀ ਸ਼ੋਭਾ ਕਰਦੇ ਹਨ, ਉਹਦੇ ਵਾਸਤੇ ਕਵਿਤਾਵਾਂ ਰਚਦੇ ਹਨ, ਕਿਉਂਕਿ ਤਿੰਨੇ ਹੀ ਕਵਿਤਾ ਰੂਪ ਦੇ ਵਿੱਚ ਹਨ, ਤਾਂ ਵੀ ਉਹਨਾਂ ਦੀ ਸ਼ਬਦਾਵਲੀ ਦੇ ਵਿੱਚ ਪੁਰਾਣਾਂ ਦੇ ਸੰਕੇਤ, ਮਿਥਿਹਾਸਕ ਸੰਕੇਤ ਬਹੁਤ ਜ਼ਿਆਦਾ ਹੁੰਦੇ ਹਨ। ਕਈ ਵਾਰੀ ਤਾਂ ਇਦਾਂ ਜਾਪਦਾ ਹੈ ਕਿ ਪੁਰਾਣ ਜਿਹੜੇ ਸਨ, ਉਹਨਾਂ ਦੀਆਂ ਕਹਾਣੀਆਂ, ਉਹਨਾਂ ਦੀ ਸ਼ਬਦਾਵਲੀ, ਉਹਨਾਂ ਦੀਆਂ ਕਥਾਵਾਂ ਲੇਖਕਾਂ ਦੀ ਮਾਨਸਿਕਤਾ ਦੇ ਵਿੱਚ ਇੰਨੀਆਂ ਹੀ ਰਚੀਆਂ ਮਿਚੀਆਂ ਪਈਆਂ ਸਨ ਕਿ ਉਹਨਾਂ ਨੂੰ ਸੁਭਾਵਕ ਰੂਪ ਵਿੱਚ ਉਹਨਾਂ ਦੀ ਭਾਸ਼ਾ ਹੀ ਉਸ ਤਰ੍ਹਾਂ ਦੀ ਆਪ ਮੁਹਾਰੇ ਹੀ ਉਹਨਾਂ ਦੀ ਲਿਖਣੀ ਦੇ ਵਿੱਚ ਪ੍ਰਗਟ ਹੋ ਜਾਂਦੇ ਸਨ। ਜਾਪਦਾ ਹੈ ਕਿ ਉਹਨਾਂ ਨੂੰ ਇਹਦੇ ਵਾਸਤੇ ਕੋਈ ਜ਼ੋਰ ਵੀ ਨਹੀਂ ਲਾਉਣਾ ਪੈਂਦਾ ਹੋਣਾ, ਉਹਨਾਂ ਦੀ ਨੈਚੁਰਲ ਲੈਂਗੁਏਜ ਜਿਵੇਂ ਹੁੰਦੀ ਹੈ ਉਹ ਜਾਪਦੀ ਹੈ। ਤੇ ਗੁਰੂ ਸਾਹਿਬ ਦਾ ਜਿਹੜਾ ਮਹਾਨ ਵਿਅਕਤੀਤਵ ਦਾ ਵੀ ਚਿਤਰਨ ਜਦੋਂ ਕਰਦੇ ਹਨ ਤੇ ਉਹ ਵੀ ਪੁਰਾਣਿਕ ਸ਼ੈਲੀ ਦੇ ਵਿੱਚ ਕਰਦੇ ਹਨ। ਫਿਰ ਪੁਰਾਣਾ ਵਾਂਗ ਹੀ ਕਰਾਮਾਤਾਂ ਉਹਨਾਂ ਨੂੰ ਬਹੁਤ ਚੰਗੀਆਂ ਲੱਗਦੀਆਂ ਹਨ। ਤੇ ਜਦੋਂ ਅਸੀਂ ਇਦਾਂ ਕਰਦੇ ਹਾਂ ਤਾਂ ਫਿਰ ਸਾਡੇ ਦਿਮਾਗ ਵਿੱਚ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਮੁੱਖ ਸਾਡਾ ਜੋ ਸਿਧਾਂਤ ਦੱਸਿਆ, ਜਿੱਥੋਂ ਗੱਲ ਸ਼ੁਰੂ ਕੀਤੀ ਗਈ ਹੈ ਜਪਜੀ ਸਾਹਿਬ ਦੇ ਵਿੱਚ, ਉਹ ਤਾਂ ਰਜ਼ਾ ਦੇ ਮੰਨਣ ਦੀ ਗੱਲ ਹੈ, ਉਹਦੇ ਭਾਣੇ ਵਿੱਚ ਰਹਿਣ ਦੀ ਗੱਲ ਹੈ। ਤੇ ਕਰਾਮਾਤਾਂ ਤਾਂ ਮੁੱਖ ਤੌਰ ਤੇ ਉਹਦੇ ਉਲਟ ਗੱਲ ਹੋ ਜਾਂਦੀ ਹੈ। ਪਰ ਇਹ ਕਮੀਆਂ ਨੇ ਜਦੋਂ ਗੁਰੂ ਸਾਹਿਬ ਦਾ ਜੀਵਨ ਲਿਖਿਆ ਤੇ ਇੰਜ ਲੱਗਦਾ ਹੈ ਕਿ ਗੁਰੂ ਸਾਹਿਬ ਦਾ ਜੀਵਨ ਅਸਲ ਵਿੱਚ ਹੋਰ ਕੁਝ ਵੀ ਨਹੀਂ ਸੀ, ਬਸ ਕਰਾਮਾਤਾਂ ਦੀ ਹੀ ਇੱਕ ਲੰਬੀ ਲੜੀ ਸੀ, ਹੋਰ ਕੁਝ ਵੀ ਨਹੀਂ ਸੀ। ਉਹ ਕਰਾਮਾਤਾਂ ਹੀ ਦੱਸੀ ਜਾਂਦੇ ਹਨ ਤੇ ਉਹਨਾਂ ਦੇ ਜਨਮ ਤੋਂ ਲੈ ਕੇ ਜਦੋਂ ਉਹਨਾਂ ਦੀ ਆਯੂ ਕੁਝ ਦਿਨਾਂ ਦੀ ਦੱਸਦੇ ਹਨ, ਉਦੋਂ ਵੀ ਕਰਾਮਾਤਾਂ, ਤੇ ਉੱਥੋਂ ਸ਼ੁਰੂ ਹੋ ਕੇ ਹਰ ਕੰਮ ਦੇ ਵਿੱਚ ਉਹਨਾਂ ਦੇ ਕਰਾਮਾਤਾਂ ਹੀ ਕਰਾਮਾਤਾਂ, ਅਖੀਰ ਤੱਕ ਕਰਾਮਾਤਾਂ ਹੀ ਚੱਲਦੀਆਂ ਰਹਿੰਦੀਆਂ ਹਨ। ਜੀਵਨ ਦਾ ਜਿਵੇਂ ਇਉਂ ਜਾਪਦਾ ਹੈ ਗੁਰੂ ਸਾਹਿਬਾਨ ਦਾ, ਅਗਰ ਇਹਨਾਂ ਨੂੰ ਪੜ੍ਹ ਲਈਏ ਤੇ ਗੁਰੂ ਸਾਹਿਬਾਨ ਦੇ ਜੀਵਨ ਦਾ ਆਰੰਭ ਵੀ ਕਰਾਮਾਤਾਂ ਤੋਂ ਹੁੰਦਾ ਸੀ ਤੇ ਅੰਤ ਵੀ ਕਰਾਮਾਤਾਂ ਤੱਕ ਹੀ ਲੱਗੇ ਜਾਂਦਾ ਸੀ। ਤਾਂ ਹੁਣ ਇਹ ਜਿਹੜੇ ਸਿਧਾਂਤਕ ਤੌਰ ਦੇ ਉੱਤੇ ਗੁਰੂ ਸਾਹਿਬ ਨੇ ਜਿਹੜੇ ਸਿਧਾਂਤ, ਜਿਹੜੇ ਉਪਦੇਸ਼, ਜਿਹੜੇ ਉਹਨਾਂ ਦੇ ਜੀਵਨ ਦੀ ਸਭ ਤੋਂ ਵੱਡੀ ਵਿਲੱਖਣਤਾ ਹੈ, ਜਿਨ੍ਹਾਂ ਸਿੱਖਾਂ ਦੇ ਜੀਵਨ ਦੇ ਵਿੱਚ ਇੱਕ ਕਰਾਮਾਤੀ ਪਲਟਾ ਲੈ ਆਂਦਾ, ਔਰ ਉਹਨਾਂ ਨੇ ਉਹ ਕੰਮ ਕਰਕੇ ਦਿਖਾਏ ਜਿਹੜੇ ਕਿ ਦੁਨੀਆ ਉਂਗਲਾਂ ਮੂੰਹ ਚ ਪਾ ਕੇ ਦੰਦਾਂ ਥੱਲੇ ਦਬਾ ਕੇ ਦੇਖਦੀ ਰਹੀ ਕਿ ਐਸੇ ਮਹਾਨ ਕੰਮ ਕੀਤੇ ਹਨ। ਉਹ ਜੀਵਨ ਨੂੰ ਜਿਸ ਤਰ੍ਹਾਂ ਉਹਨਾਂ ਨੇ ਜੀਵਿਆ, ਆਪਣੇ ਦੱਸੇ ਹੋਏ ਸਿਧਾਂਤ ਤੇ ਸਿਧਾਂਤਾਂ ਨੂੰ ਜਿਵੇਂ ਉਹਨਾਂ ਨੇ ਕਮਾ ਕੇ ਦਿਖਾਇਆ, ਉਹ ਲੇਖਕਾਂ ਦੇ ਵਾਸਤੇ ਕੋਈ ਬਹੁਤ ਜ਼ਿਆਦਾ ਮਹੱਤਤਾ ਇਹਨਾਂ ਦੇ ਵਿੱਚ ਨਹੀਂ ਰੱਖਦੇ। ਹੁਣ ਇਹ ਕਾਰਨ ਕੀ ਹੈ ਕਿ ਇੱਥੇ ਕਲੈਸ਼ ਹੋ ਰਿਹਾ ਹੈ। ਇੱਕ ਪਾਸੇ ਉਹ ਪੁਰਾਣਿਕ ਕਿਸਮ ਦਾ ਇਤਿਹਾਸ ਲਿਖਣਾ ਚਾਹੁੰਦੇ ਹਨ, ਕਿਉਂ ਲਿਖਣਾ ਚਾਹੁੰਦੇ ਹਨ ਇਹ ਤਾਂ ਉਹੀ ਦੱਸ ਸਕਦੇ ਸਨ, ਪਰ ਇਹ ਤਾਂ ਪੱਕਾ ਹੈ ਕਿ ਉਹਨਾਂ ਨੇ ਸਾਰੇ ਇਤਿਹਾਸ ਨੂੰ ਪੁਰਾਣਿਕ ਕਿਸਮ ਦੇ ਵਿੱਚ ਕਨਵਰਟ ਕਰਨ ਦੀ ਪੂਰੀ ਯਤਨ ਕੀਤਾ। ਤੇ ਜੇ ਉਹ ਨਾਲ ਸਿਧਾਂਤ ਵੀ ਦੱਸਦੇ ਤਾਂ ਫਿਰ ਮੁਸ਼ਕਲ ਹੋ ਜਾਣੀ ਸੀ। ਸ਼ਾਇਦ ਇਸੇ ਕਰਕੇ ਉਹਨਾਂ ਨੇ ਸਿਧਾਂਤਕ ਪੱਖ ਨੂੰ ਕਮਜ਼ੋਰ ਰੱਖਿਆ, ਕਿਉਂਕਿ ਨਾਲੋਂ ਨਾਲ ਜੇਕਰ ਪੁਰਾਣਿਕ ਕਰਾਮਾਤੀ ਕਥਾਵਾਂ ਵੀ ਲਿਖਦੇ ਤੇ ਨਾਲ ਹੀ ਗੁਰੂ ਸਾਹਿਬ ਦੇ ਸਿਧਾਂਤ ਵੀ ਲਿਖਦੇ, ਤਾਂ ਕੰਟਰਾਡਿਕਸ਼ਨ ਜਿਹੜੀ ਸੀ ਉਹਨਾਂ ਦੀ, ਜਿਹੜਾ ਇੱਕ ਦੂਜੇ ਦੇ ਨਾਲ ਅੰਤਰ ਵਿਰੋਧ ਅਸੀਂ ਕਹਿ ਲਈਏ ਦੋਵਾਂ ਦੇ ਵਿੱਚ ਹੋਣਾ ਸੀ, ਉਹ ਬਿਲਕੁਲ ਹੀ ਸਪਸ਼ਟ ਹੋ ਜਾਣਾ ਸੀ। ਤੇ ਫਿਰ ਇਹਨਾਂ ਦੀਆਂ ਸਾਰੀਆਂ ਪੁਸਤਕਾਂ ਦੇ ਉੱਤੇ ਸਿੱਧੇ ਹੀ ਸ਼ੰਕੇ ਖੜੇ ਹੋ ਜਾਣੇ ਸੀ। ਤਾਂ ਇਹ ਕਥਾਵਾਂ ਦੀ ਪਰਖ ਸਿਧਾਂਤਾਂ ਦੀ ਕਸਵੱਟੀ ਤੇ ਹੋ ਜਾਣੀ ਸੀ। ਤੇ ਫਿਰ ਜਿਹੜੀਆਂ ਪੁਰਾਣੀ ਕਿਸਮ ਦੀਆਂ ਕਥਾਵਾਂ ਨੂੰ ਕਿਸੇ ਨੇ ਪ੍ਰਮਾਣਿਕ ਇਤਿਹਾਸ ਦੇ ਤੌਰ ਤੇ ਮੰਨਣਾ ਨਹੀਂ ਸੀ, ਬੜਾ ਔਖਾ ਹੋ ਜਾਣਾ ਸੀ। ਤੋ ਇਸ ਕਰਕੇ ਸ਼ਾਇਦ ਇਹਨਾਂ ਨੇ ਸਿਧਾਂਤਕ ਪੱਖ ਨੂੰ ਕਮਜ਼ੋਰ ਕੀਤਾ ਕਿ ਉਹ ਮਨ ਭਾਉਂਦੀਆਂ ਗੱਲਾਂ ਜਿਸ ਢੰਗ ਦੇ ਨਾਲ ਦੱਸਣੀਆਂ ਚਾਹੁੰਦੇ ਸਨ ਉਹ ਦੱਸ ਸਕਣ। ਸੋ ਜੇ ਅਸੀਂ ਇਹ ਕਹਿ ਲਈਏ ਕਿ ਇਹਨਾਂ ਕਵੀ ਜਨਾਂ ਨੇ ਇਹਨਾਂ ਬਿਰਤਾਂਤਾਂ ਨੂੰ ਦਾ ਸਿਧਾਂਤਕ ਪੱਖ ਕਮਜ਼ੋਰ ਕਰਕੇ ਇਹਨਾਂ ਬਿਰਤਾਂਤਾਂ ਨੂੰ ਅਸੀਂ ਕਹਿ ਲਈਏ ਕਿ ਉਹ ਉੱਚਾ ਜਿਹੜਾ ਲੈਵਲ ਸੀ ਉਹਦਾ, ਉੱਥੋਂ ਥੱਲੇ ਲਿਆ ਕੇ ਇੱਕ ਆਮ ਕਹਾਣੀਆਂ ਦੇ ਤਲ ਦੇ ਉੱਤੇ ਇਸ ਪੂਰੇ ਕਥਾਨਕ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਉਹ ਇਹ ਪੌਰਾਣਿਕ ਪੱਖ ਜਿਹਦੇ ਸ਼ਾਇਦ ਉਹ ਬੜੇ ਫੈਮਿਲੀਅਰ ਸਨ,
ਜਾਂ ਬੜੇ ਸ਼ਰਧਾਲੂ ਸਨ, ਉਹਨੂੰ ਉਹ ਆਰਾਮ ਦੇ ਨਾਲ ਪ੍ਰਗਟ ਕਰ ਸਕੇ। ਤੋ ਇਹ ਤਿੰਨਾਂ ਹੀ ਕਿਤਾਬਾਂ ਦੇ ਵਿੱਚ ਸਾਨੂੰ ਖੁੱਲ੍ਹ ਕੇ ਇਹ ਚੀਜ਼ ਮਿਲਦੀ ਹੈ। ਚੌਥੀ ਗੱਲ ਜਿਹੜੀ ਸਾਡੇ ਸਾਹਮਣੇ ਤਿੰਨਾਂ ਦੇ ਵਿੱਚ ਇੱਕ ਕਾਮਨ ਚੀਜ਼ ਮਿਲਦੀ ਹੈ ਸਾਨੂੰ, ਉਹ ਇਹ ਹੈ ਕਿ ਜਿਹੜੇ ਇਹਦੇ ਲੇਖਕ ਹਨ, ਉਹਨਾਂ ਦਾ ਆਪਣਾ ਵਿਸ਼ਵਾਸ ਮੰਡਲ ਕੀ ਸੀਗੇ, ਜਾਂ ਸਪੀਅਰ ਆਫ ਫੇਥ ਅਸੀਂ ਕਹਿ ਰਹੀਏ, ਵਿਸ਼ਵਾਸ ਮੰਡਲ ਉਹਨਾਂ ਦਾ ਕੀ ਹੈ। ਹੁਣ ਰਚਨਾਵਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਲੇਖਕਾਂ ਦੇ ਆਪਣੇ ਵਿਸ਼ਵਾਸ ਕੀ ਸਨ, ਉਹਨਾਂ ਨੂੰ ਸਮਝ ਸਕਣਾ ਕੋਈ ਔਖਾ ਕੰਮ ਨਹੀਂ ਹੈ। ਸਹਿਜੇ ਹੀ ਜਦੋਂ ਅਸੀਂ ਪੜ੍ਹਦੇ ਹਾਂ ਤੇ ਨਾਲ ਨਾਲ ਇਹ ਪ੍ਰਗਟ ਹੋਈ ਜਾਂਦਾ ਕਿ ਉਹਨਾਂ ਦੀ ਆਪਣੀ ਥਿੰਕਿੰਗ ਕੀ ਸੀ। ਤੋ ਤਿੰਨਾਂ ਦੇ ਵਿੱਚ ਸਿਰਫ ਜਿਵੇਂ ਮੈਂ ਅੱਗੇ ਕੀਤਾ ਕਿ ਪੁਰਾਣਾਂ ਦੀਆਂ ਕਹਾਣੀਆਂ ਦਾ ਦਬਦਬਾ ਹੀ ਨਹੀਂ ਸੀ, ਇਹਦੇ ਵਿੱਚ ਕੁਝ ਹੋਰ ਵੀ ਉਹਨਾਂ ਦੇ ਵਿਸ਼ਵਾਸ ਦੀਆਂ ਚੀਜ਼ਾਂ ਬੜੇ ਖੁੱਲ੍ਹ ਕੇ ਸਾਹਮਣੇ ਆਉਂਦੀਆਂ ਹਨ। ਫੋਰ ਐਗਜ਼ਾਮਪਲ, ਦੇਵੀ ਪੂਜਾ ਤੇ ਦੇਵੀ ਦੇ ਵਿੱਚ ਵਿਸ਼ਵਾਸ ਜਿਹੜਾ ਉਹਨਾਂ ਦਾ ਸੀ, ਉਹਦੇ ਸਾਨੂੰ ਭਰਪੂਰ ਦਰਸ਼ਨ ਹੁੰਦੇ ਹਨ। ਵੀ ਉਹ ਬਹੁਤ ਵਾਰੀ ਸਾਡੇ ਸਾਹਮਣੇ ਆਉਂਦਾ ਹੈ। ਇਹਨਾਂ ਦੀਆਂ ਆਪਣੀਆਂ ਜਦੋਂ ਰਚਨਾਵਾਂ ਇਹਨਾਂ ਨੇ ਸ਼ੁਰੂ ਕੀਤੀਆਂ ਤਾਂ ਉਹਦੇ ਵਿੱਚ ਦੇਵੀ ਦੀ ਗੱਲ ਜ਼ਰੂਰ ਕਰਦੇ ਹਨ, ਉਹਨੂੰ ਯਾਦ ਕਰਦੇ ਹਨ, ਉਹਦਾ ਆਸ਼ੀਰਵਾਦ ਮੰਗਦੇ ਹਨ। ਅਕਾਲ ਪੁਰਖ ਦੇ ਗੁਰੂ ਸਾਹਿਬਾਨ ਦੀ ਉਸਤਤ ਕਰਨ ਤੋਂ ਬਾਅਦ ਵੀ ਉਹਨਾਂ ਦੀ ਤਸੱਲੀ ਨਹੀਂ ਹੁੰਦੀ ਜਦੋਂ ਤੱਕ ਉਹ ਦੇਵੀ ਦੀ ਆਰਾਧਨਾ ਨਹੀਂ ਕਰ ਲੈਂਦਾ। ਤਾਂ ਦੇਵੀ ਦੀ ਸ਼ਰਧਾ ਬਹੁਤ ਜ਼ਿਆਦਾ ਹੈ, ਇੰਨੀ ਜ਼ਿਆਦਾ ਹੈ ਕਿ ਉਹ ਗੁਰੂ ਸਾਹਿਬ ਕੋਲੋਂ ਵੀ ਦੇਵੀਆਂ ਦੀ ਪੂਜਾ ਕਰਵਾਉਣ ਤੋਂ ਉਹ ਝਿਜਕਦੇ ਨਹੀਂ ਹਨ। ਇਹ ਕਈ ਥਾਵਾਂ ਤੇ ਸਾਡੇ ਸਾਹਮਣੇ ਆ ਚੁੱਕੀ ਹੈ ਗੱਲ। ਤੋ ਹਾਲਾਂਕਿ ਇਹ ਗੱਲ ਜਿਹੜੀ ਗੁਰਮਤਿ ਸਿਧਾਂਤਾਂ ਦੇ, ਗੁਰੂ ਉਪਦੇਸ਼ਾਂ ਦੇ ਬਿਲਕੁਲ ਉਲਟ ਹੈ। ਇੱਕ ਬੜੀ ਅਸੰਭਵ ਜਿਹੀ ਗੱਲ ਹੈ ਕਿ ਗੁਰੂ ਸਾਹਿਬ ਨੇ ਜੋ ਸਾਨੂੰ ਉਪਦੇਸ਼ ਦਿੱਤੇ ਹਨ ਬਾਣੀ ਦੇ ਵਿੱਚ, ਉਹਦੇ ਉਲਟ ਏਡੇ ਭਾਰੀ ਉਹਦੀ ਉਲੰਘਣਾ ਉਹ ਆਪ ਕਰਦੇ ਰਹੇ ਹੋਣ, ਪਰ ਇਹਨਾਂ ਨੂੰ ਇਹਦੇ ਵਿੱਚ ਕੋਈ ਚਿੰਤਾ ਨਹੀਂ ਸੀ। ਇਹ ਸਿਰਫ ਪੂਜਾ ਹੀ ਨਹੀਂ ਕਰਵਾਉਂਦੇ, ਸਗੋਂ ਜਦੋਂ ਗੁਰੂ ਸਾਹਿਬ ਕੋਲੋਂ ਦੇਵੀਆਂ ਦੀ ਉਸਤਤ ਵੀ ਬੜੀ ਬਿਆਨ ਕਰਾਉਂਦੇ ਨੇ, ਤੇ ਜਦੋਂ ਬਿਆਨ ਕਰਾਉਂਦੇ ਨੇ ਤੇ ਫਿਰ ਉਸ ਵੇਲੇ ਇਹਨਾਂ ਦੀ ਦੇਵੀ ਦੇ ਵਾਸਤੇ ਜਿਹੜੀ ਸ਼ਰਧਾ ਉਹ ਬਿਲਕੁਲ ਡੁੱਲ ਡੁੱਲ ਪੈਂਦੀ ਹੈ। ਤੇ ਸਾਨੂੰ ਫਿਰ ਬਿਲਕੁਲ ਭੁਲੇਖਾ ਨਹੀਂ ਰਹਿ ਜਾਂਦਾ ਕਿ ਉਹਨਾਂ ਦਾ ਵਿਸ਼ਵਾਸ ਅਸਲ ਦੇ ਵਿੱਚ ਹੈ ਕਿੱਥੇ ਸੀ। ਇਸੇ ਤਰ੍ਹਾਂ ਹੀ ਇਹਨਾਂ ਤਿੰਨਾਂ ਰਚਨਾਵਾਂ ਦੇ ਵਿੱਚ ਕਰਮ ਕਾਂਡ ਭਰਪੂਰ ਹੈ। ਤਰ੍ਹਾਂ ਤਰ੍ਹਾਂ ਦੀਆਂ ਪੂਜਾ ਵਿਧੀਆਂ ਦੱਸੀ ਜਾਂਦੇ ਹਨ। ਬ੍ਰਹਮ ਭੋਜ, ਬ੍ਰਾਹਮਣਾਂ ਨੂੰ ਦਾਨ, ਜਨੇਊ, ਤਿਲਕ, ਹੋਰ ਬੜੀਆਂ ਰਸਮਾਂ ਇਹਦੇ ਵਿੱਚ ਮਿਲਦੀਆਂ ਹਨ। ਹੁਣ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਜਾਤ ਪਾਤ ਨੂੰ ਜਾਂ ਜਨਮ ਕਰਕੇ ਕਿਸੇ ਵਿਸ਼ੇਸ਼ ਦਰਜਾ ਦੇਣ ਦੀ ਗੱਲ ਬ੍ਰਾਹਮਣਾਂ ਨੂੰ ਜਾਂ ਕਿਸੇ ਹੋਰ ਕੈਟਾਗਰੀ ਨੂੰ, ਇਹਦੇ ਬਾਰੇ ਗੁਰੂ ਸਾਹਿਬ ਦੇ ਸਿਧਾਂਤ ਬੜੇ ਸਪਸ਼ਟ ਹਨ। ਪਰ ਇਹਨਾਂ ਪੁਸਤਕਾਂ ਵਿੱਚ ਲੇਖਕ ਕੀ ਕਰਦੇ ਹਨ ਕਿ ਗੁਰੂ ਸਾਹਿਬ ਦੇ ਕੋਲੋਂ ਹੀ ਬ੍ਰਾਹਮਣਾਂ ਨੂੰ ਵਿਸ਼ੇਸ਼ ਸਤਿਕਾਰ ਦਵਾਈ ਜਾਂਦੇ ਹਨ, ਬ੍ਰਹਮ ਭੋਜ ਕਰਵਾਈ ਜਾਂਦੇ ਹਨ, ਵਿਸ਼ੇਸ਼ ਔਰ ਬੜੇ ਕੀਮਤੀ ਕੀਮਤੀ ਦਾਨ ਦੱਸੀ ਜਾਂਦੇ ਹਨ ਕਿ ਉਹਨਾਂ ਦਾ ਦਰਜਾ ਜਿਹੜਾ ਬ੍ਰਾਹਮਣਾਂ ਦੇ ਵਿੱਚ, ਸਿੱਖਾਂ ਦੇ ਵਿੱਚ ਬ੍ਰਾਹਮਣਾਂ ਦਾ ਦਰਜਾ ਬੜਾ ਵਿਸ਼ੇਸ਼ ਬਣ ਜਾਵੇ। ਇਹ ਉਹਨਾਂ ਦਾ ਪੂਰਾ ਯਤਨ ਸਾਨੂੰ ਦਿਸਦਾ ਹੈ। ਹੁਣ ਇਹ ਸਾਡੇ ਸਿਧਾਂਤਾਂ ਤੋਂ ਬਿਲਕੁਲ ਉਲਟ ਹੈ। ਗੁਰਬਾਣੀ ਦੇ ਅਧਿਐਨ ਕਰਨ ਤੋਂ ਸਾਨੂੰ ਜਿਹੜੀਆਂ ਨੇ ਇਹ ਸਾਰੀਆਂ ਗੱਲਾਂ ਸਹਿਜੇ ਹੀ ਸਪਸ਼ਟ ਹੋ ਜਾਂਦੀਆਂ। ਪਰ ਕਵੀ ਜਨਾਂ ਨੂੰ ਜਿਹੜੇ ਇਹ ਗੁਰਮਤਿ ਸਿਧਾਂਤ ਨੇ, ਇਹਨਾਂ ਤੋਂ ਬਿਲਕੁਲ ਬੇਪਰਵਾਹ ਲੱਗਦੇ ਹਨ। ਉਹਨਾਂ ਨੂੰ ਇਸ ਚੀਜ਼ ਦੀ ਕੋਈ ਨਾ ਸ਼ਰਮ ਹੈ, ਨਾ ਹਿਆ ਹੈ, ਨਾ ਪਰਵਾਹ ਹੈ। ਉਹ ਆਪਣੀ ਗੱਲ ਜਿਹੜੀ ਕਰਨੀ ਆ, ਉਹਨੂੰ ਸਾਰੇ ਸਿਧਾਂਤਾਂ ਦੇ ਉਲਟ ਜਾ ਕੇ ਵੀ ਉਹ ਕਰੀ ਜਾ ਰਹੇ ਨੇ। ਤੋ ਇਹ ਕਵੀ ਜਨਾਂ ਵੱਲੋਂ ਆਪਣੀਆਂ ਰਚਨਾਵਾਂ ਦੇ ਵਿੱਚ ਜਿਹੜੀ ਗੁਰਬਾਣੀ ਤੇ ਸਿਧਾਂਤਾਂ ਦੀ ਵਿਆਖਿਆ ਕਰਨ ਤੋਂ ਜੋ ਪਰਹੇਜ਼ ਕੀਤਾ ਹੈ ਇਹਨਾਂ ਨੇ, ਉਹ ਇਸੇ ਕਰਕੇ ਹੀ ਜਾਪਦਾ ਹੈ ਕਿ ਜਿਵੇਂ ਪਹਿਲਾਂ ਅਸੀਂ ਇੱਕ ਗੱਲ ਕੀਤੀ ਹੈ, ਉਸੇ ਤਰ੍ਹਾਂ ਦੇ ਨਾਲ ਇਹਨਾਂ ਨੇ ਸਿਧਾਂਤਕ ਉਲੰਘਣਾਵਾਂ ਜਿਹੜੀ ਆਪਸ ਵਿੱਚ ਕੰਟਰਾਡਿਕਸ਼ਨ ਹੋਣੀ ਸੀ, ਉਹਨੂੰ ਅਵੋਇਡ ਕਰਨ ਲਈ ਇਹ ਦੇਵੀ ਪੂਜਾ, ਬ੍ਰਾਹਮਣਵਾਦ ਤੇ ਜਿਹੜਾ ਕਰਮ ਕਾਂਡ ਆਦਿ ਦੀਆਂ ਚੀਜ਼ਾਂ ਨੇ, ਉਹ ਅਵੋਇਡ ਕੀਤਾ। ਸਿਧਾਂਤਕ ਵਿਆਖਿਆ ਇਹਦੇ ਵਿੱਚ ਘੱਟ ਹੈ ਤਾਂ ਕਿ ਇਹ ਨਾ ਹੋਵੇ ਕਿ ਕੋਈ ਪਾਠਕ ਜਾਂ ਸਰੋਤਾ ਪੜ੍ਹਦਾ ਸੁਣਦਾ ਵੀ ਨਾਲ ਨਾਲ ਉਹਨਾਂ ਦੀ ਲੇਖਣੀ ਦਾ ਜਿਹੜਾ ਪਰਦਾ ਜਿਹੜਾ ਨਾਲ ਨਾਲ ਖੋਲੀ ਜਾਵੇ। ਤਾਂ ਇਸ ਚੀਜ਼ ਕਰਕੇ ਵੀ ਇਹਨਾਂ ਦਾ ਵਿਸ਼ਵਾਸ ਮੰਡਲ ਵੀ ਜਿਹੜਾ ਸੀ ਉਸ ਕੰਮ ਵਿੱਚ ਆੜਿਆ ਆਇਆ, ਤੇ ਇਹਨਾਂ ਨੇ ਸਿਧਾਂਤਕ ਵਿਆਖਿਆ ਉਹਦੇ ਜ਼ਿਆਦਾ ਨਹੀਂ ਕੀਤੀ। ਅੱਗੋਂ ਜੇ ਚੱਲੀਏ ਤੇ ਪੰਜਵੀਂ ਸਾਂਝ ਜਿਹੜੀ ਸਾਨੂੰ ਇਹਨਾਂ ਦੇ ਵਿੱਚ ਦਿਸਦੀ ਹੈ, ਉਹ ਬੜੀ ਇੰਪੋਰਟੈਂਟ ਹੈ। ਹਾਲਾਂਕਿ ਪਹਿਲੀ ਨਜ਼ਰ ਉੱਤੇ ਅਸੀਂ ਇਹਨੂੰ ਆਮ ਤੌਰ ਤੇ ਇਗਨੋਰ ਕਰ ਦਿੰਦੇ ਹਨ ਕਿ ਇਹ ਪਹਿਲੇ ਇਤਿਹਾਸਕ ਸਰੋਤ ਹਨ ਜੋ ਬ੍ਰਿਜ ਭਾਸ਼ਾ ਦੀ ਕਵਿਤਾ ਦੇ ਵਿੱਚ ਲਿਖੇ ਗਏ। ਇਸ ਤੋਂ ਜਿਹੜੇ ਪਹਿਲਾਂ ਦੇ ਸਰੋਤ ਹਨ, ਉਹਦੇ ਵਿੱਚ ਸਾਨੂੰ ਬ੍ਰਿਜ ਭਾਸ਼ਾ ਮਿਲਦੀ ਤਾਂ ਹੈ। ਇੱਕ ਦੋ ਹੋਰ ਸੋਰਸਿਸ ਵੀ ਹਨ ਜਿਨ੍ਹਾਂ ਦੇ ਵਿੱਚ, ਹੋਰ ਪੁਸਤਕਾਂ ਹਨ ਜਿਨ੍ਹਾਂ ਵਿੱਚ ਸਾਨੂੰ ਬ੍ਰਿਜ ਭਾਸ਼ਾ ਦੀ ਵਰਤੋਂ ਮਿਲਦੀ ਹੈ। ਜਿੱਦਾਂ ਮਹਿਮਾ ਪ੍ਰਕਾਸ਼ ਹੈ, ਤਾਂ ਉਹਦੇ ਵਿੱਚ ਵੀ ਬ੍ਰਿਜ ਭਾਸ਼ਾ ਦੀ ਵਰਤੋਂ ਤਾਂ ਕੀਤੀ ਗਈ ਹੈ, ਪਰ ਉਹ ਐਸੀ ਭਾਸ਼ਾ ਹੈ ਜਿਹੜੀ ਕਿ ਪੰਜਾਬੀ ਦੇ ਨਾਲ ਕਾਫੀ ਮਿਲੀ ਜੁਲੀ ਭਾਸ਼ਾ ਹੈ, ਜਿਹਨੂੰ ਅਸੀਂ
ਸ਼ੁੱਧ ਬ੍ਰਿਜ ਭਾਸ਼ਾ ਨਹੀਂ ਕਹਿ ਸਕਦੇ, ਬਲਕਿ ਜਿਵੇਂ ਆਮ ਅਸੀਂ ਅਹ, ਗੁਰਬਾਣੀ 'ਚ ਵੀ ਵਰਤੀ ਗਈ ਭਾਸ਼ਾ, ਜਿਹਨੂੰ ਸਾਧ ਭਾਸ਼ਾ ਵੀ ਕਹਿ ਦਿੰਦੇ ਆ ਜਾਂ ਸਦੂਕੜੀ ਵੀ ਕਹਿ ਦਿੰਦੇ ਆ, ਉਹਦੇ ਨੇੜੇ ਤੇੜੇ ਦੀ ਭਾਸ਼ਾ ਹੈ। ਪਰ ਇਹ ਜਿਹੜੇ ਗ੍ਰੰਥ ਹਨ, ਇਹਨਾਂ ਦੇ ਵਿੱਚ ਮੂਲ ਰੂਪ ਦੇ ਵਿੱਚ ਬ੍ਰਿਜ ਭਾਸ਼ਾ ਹੀ ਵਰਤੀ ਗਈ ਹੈ, ਜਿਹੜੀ ਕਿ ਪੰਜਾਬ ਦੀ ਭਾਸ਼ਾ ਨਹੀਂ ਸੀ। ਔਰ ਜਦੋਂ ਇਹ ਪਹਿਲਾ ਇਹਦੇ ਚੋਂ ਅਸੀਂ ਕਹੀਏ ਸਭ ਤੋਂ ਗੂੜ ਭਾਸ਼ਾ ਜਿਹੜੀ ਵਰਤੀ ਹੈ, ਉਹ ਕੋਹਰ ਸਿੰਘ ਦੀ ਬੜੀ ਗੂੜ ਭਾਸ਼ਾ ਹੈ, ਜਿਹੜੀ ਸਾਡੇ ਵਾਸਤੇ, ਪੰਜਾਬੀ ਬੰਦਿਆਂ ਵਾਸਤੇ ਥੋੜੀ ਜਿਹੀ ਔਖੀ ਬਣ ਜਾਂਦੀ ਹੈ। ਔਰ ਇਹ ਹੈ ਵੀ ਕੋਈ ਆਮ ਸ਼ਰਧਾਲੂ ਅਸੀਂ ਨਹੀਂ ਕਹਿ ਸਕਦੇ। ਇਹ ਤਿੰਨੇ ਹੀ ਬੜੇ ਕਵੀ ਜਿਹੜੇ ਸਨ, ਇਹ ਬੜੀ ਚੰਗੀ ਤਰ੍ਹਾਂ ਟ੍ਰੇਨਡ ਪੋਇਟਰੀ ਦੇ ਵਿੱਚ ਔਰ ਛੰਦਾਬੰਦੀ ਪਿੰਗਲ ਦੇ ਵਿੱਚ ਬਹੁਤ ਟ੍ਰੇਨਡ ਸਨ। ਤੋ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਸ਼ਿਫਟ ਹੈ, ਬਦਲਾਅ ਹੈ, ਕਿ ਪਹਿਲਾਂ ਪੰਜਾਬੀ ਜਾਂ ਪੰਜਾਬੀ ਵਰਗੇ ਆਮ ਸਦੂਕੜੀ ਜਾਂ ਸਾਧ ਭਾਸ਼ਾ ਦੇ ਵਿੱਚ ਸਾਰੇ ਸਰੋਤ ਲਿਖੇ ਗਏ, ਜਿਹੜੇ ਕਿ ਮੁੱਖ ਤੌਰ ਦੇ ਉੱਤੇ ਪੰਜਾਬੀ ਬੋਲਣ ਵਾਲਾ, ਲਿਖਣ ਵਾਲਾ, ਸੁਣਨ ਵਾਲਾ ਆਮ ਤੌਰ ਦੇ ਉੱਤੇ ਪੂਰੀ ਤਰ੍ਹਾਂ ਸਮਝ ਸਕਦਾ ਸੀ। ਪਰ ਇਹਨਾਂ ਨੇ ਬ੍ਰਿਜ ਭਾਸ਼ਾ ਦੀ ਵਰਤੋਂ ਕੀਤੀ, ਤੇ ਸ਼ੁਰੂਆਤ 'ਚ ਜਿਹੜੀ ਪਹਿਲਾ ਸੋਰਸ ਸੀਗਾ, ਪਹਿਲੀ ਪੁਸਤਕ ਸੀ ਕੋਹਰ ਸਿੰਘ ਦੀ, ਉਹਦੇ 'ਚ ਕਾਫੀ ਗੂੜ ਭਾਸ਼ਾ ਵਰਤੀ ਗਈ। ਹੁਣ ਇਹ ਭਾਸ਼ਾ ਜਿਹੜੀ ਸੀ, ਪੰਜਾਬ ਦੀ ਭਾਸ਼ਾ ਨਹੀਂ ਹੈ, ਇਹ ਬਾਹਰਲੀ ਭਾਸ਼ਾ ਸੀ, ਤੇ ਇਹ ਗੈਰ ਸਿੱਖ ਰਵਾਇਤਾਂ ਵਾਲੀ ਭਾਸ਼ਾ ਸੀ। ਪੰਜਾਬੀ ਦੀ ਰਵਾਇਤ ਦੇ ਵਿੱਚ, ਜਿਹੜੀ ਆਪਣਾ ਸਿੱਖੀ ਦੀ ਰਵਾਇਤ ਦੇ ਵਿੱਚ, ਬ੍ਰਿਜ ਭਾਸ਼ਾ ਆਮ ਭਾਸ਼ਾ ਨਹੀਂ ਸੀ। ਹਾਲਾਂਕਿ ਵਰਤੀ ਗਈ ਹੈ, ਇਹ ਨਹੀਂ ਕਿ ਇਹਦੇ ਤੋਂ ਬਿਲਕੁਲ ਪਰਹੇਜ਼ ਕੀਤਾ ਗਿਆ, ਪਰ ਇਹ ਆਮ ਭਾਸ਼ਾ ਨਹੀਂ ਸੀ ਇਸ ਇਲਾਕੇ ਦੀ। ਤੋ ਇਹਦਾ ਜਾਪਦਾ ਇਹ ਹੈ ਕਿ ਬ੍ਰਿਜ ਭਾਸ਼ਾ ਦੀ ਵਰਤੋਂ ਨਾਲ ਦੂਜੀਆਂ ਰਵਾਇਤਾਂ ਨੂੰ, ਜਾਂ ਕਹਿ ਲਈਏ ਬ੍ਰਾਹਮਣਵਾਦ ਦੀਆਂ ਰਵਾਇਤਾਂ ਦਾ, ਸਿੱਖੀ ਦੇ ਵਿੱਚ ਰਲਾ ਕਰਨਾ ਥੋੜਾ ਜਿਹਾ ਉਹਨਾਂ ਨੂੰ ਸ਼ਾਇਦ ਸੌਖਾ ਹੋ ਗਿਆ ਸੀ, ਕਿਉਂਕਿ ਇਹ ਇਹਨਾਂ ਤਿੰਨਾਂ ਹੀ ਪੁਸਤਕਾਂ ਦੇ ਵਿੱਚ ਬਹੁਤ ਖੁੱਲ੍ਹ ਕੇ ਕੀਤਾ ਗਿਆ। ਤੇ ਪਹਿਲੀਆਂ ਸਾਰੀਆਂ ਜਿਹੜੀਆਂ ਨੇ ਉਹ ਕਿਤੇ ਕਿਤੇ ਵਰਤਦੀਆਂ ਸਨ। ਇਹਨਾਂ ਨੇ ਮੁੱਖ ਤੌਰ ਦੇ ਉੱਤੇ ਹੀ ਬ੍ਰਿਜ ਭਾਸ਼ਾ ਦੇ ਵਿੱਚ ਵਰਤੀ, ਕਿਉਂਕਿ ਇਹਦੇ ਲਈ ਉਹਨੂੰ ਸਨਾਤਨੀ ਸ਼ਬਦਾਵਲੀ, ਸਨਾਤਨੀ ਮੁਹਾਵਰਾ ਜਾਂ ਬ੍ਰਾਹਮਣਵਾਦ ਦਾ ਮੁਹਾਵਰਾ ਉਹਨਾਂ ਨੂੰ ਰੈਡੀਮੇਡ ਸ਼ਕਲ ਦੇ ਵਿੱਚ ਮਿਲ ਜਾਂਦਾ ਸੀ। ਤੋ ਇਹਦਾ ਇੱਕ ਬੜਾ ਮਤਲਬ ਇੰਪੋਰਟੈਂਟ ਪੱਖ ਜਿਹੜਾ ਸਾਨੂੰ ਬ੍ਰਿਜ ਭਾਸ਼ਾ ਦਾ ਇਹ ਸਮਝ ਲੈਣਾ ਚਾਹੀਦਾ ਹੈ, ਕਿਉਂਕਿ ਇਹਦੇ ਨਾਲ ਇਹ ਦੌਰ ਸ਼ੁਰੂ ਹੋ ਗਿਆ ਬ੍ਰਿਜ ਭਾਸ਼ਾ ਦੀਆਂ ਪੁਸਤਕਾਂ ਦੇ ਨਾਲ। ਹੁਣ ਅਸਰ ਇਹ ਕੀ ਹੋਇਆ ਇਹਦਾ? ਹੁਣ ਇਹ ਜਿਹੜੀਆਂ ਬ੍ਰਿਜ ਭਾਸ਼ੀ ਇਤਿਹਾਸਕ ਪੁਸਤਕਾਂ ਸੀ, ਇਹਨਾਂ ਨੇ ਬ੍ਰਿਜ ਭਾਸ਼ਾ ਨੂੰ ਅਪਣਾ ਲਿਆ, ਤੇ ਇਹਦਾ ਵੀ ਇੱਕ ਪ੍ਰੋਸੈਸ ਸਾਡੇ ਸਾਹਮਣੇ ਆਉਂਦਾ ਜੇ ਅਸੀਂ ਥੋੜਾ ਜਿਹਾ ਦੇਖੀਏ। ਜਿਵੇਂ ਇਹਨਾਂ ਤਿੰਨਾਂ ਹੀ ਕਿਤਾਬਾਂ ਨੂੰ ਅਸੀਂ ਲਈਏ, ਥੋੜਾ ਥੋੜਾ ਆਪਾਂ ਨਾਲ ਡਿਸਕਸ ਕੀਤਾ ਸੀ। ਜੇ ਇਹਨੂੰ ਸਮੇਂ ਦੇ ਲਿਹਾਜ਼ ਨਾਲ ਜਾਂ ਕ੍ਰੋਨੋਲੋਜੀਕਲੀ ਦੇਖੀਏ, ਤਾਂ ਸਭ ਤੋਂ ਪਹਿਲਾਂ ਕੋਹਰ ਸਿੰਘ ਜੀ ਦੀ ਗੁਰਬਿਲਾਸ ਪਾਤਸ਼ਾਹੀ 10ਵੀਂ ਉਹ ਲਿਖੀ ਗਈ। ਫਿਰ ਸੁੱਖਾ ਸਿੰਘ ਜੀ ਦੀ ਗੁਰਬਿਲਾਸ ਪਾਤਸ਼ਾਹੀ 10ਵੀਂ ਲਿਖੀ ਗਈ। ਪਹਿਲਾਂ ਕੋਹਰ ਸਿੰਘ ਨੇ 1751 ਦੇ ਵਿੱਚ ਲਿਖੀ, ਸੁੱਖਾ ਸਿੰਘ ਦੀ 1797 ਦੀ ਦੱਸੀ ਜਾਂਦੀ ਹੈ, ਤੇ ਗੁਰਬਿਲਾਸ ਪਾਤਸ਼ਾਹੀ 6ਵੀਂ ਜਿਹੜੀ ਸੋਹਣ ਕਵੀ ਦੇ ਨਾਮ ਨਾਲ ਐਸੋਸੀਏਟ ਕੀਤੀ ਜਾਂਦੀ ਹੈ, ਉਹਦਾ ਸਮਾਂ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਦੱਸਿਆ, ਤੇ ਇਹ ਸਨ 1840 ਤੱਕ। ਜਿਵੇਂ ਕਾਹਨ ਸਿੰਘ ਜੀ ਨੇ ਮਹਾਰਾਜਾ ਸ਼ੇਰ ਸਿੰਘ ਦਾ ਜਿਹੜਾ ਸਮਾਂ, ਉੱਥੇ ਤੱਕ ਇਹਨੂੰ ਲੈ ਗਏ। ਪਰ ਖੈਰ ਜੇ ਉਸ ਤੋਂ ਥੋੜਾ ਪਹਿਲੇ ਵੀ ਮੰਨ ਲਈਏ, ਤਾਂ ਇਹ ਬਾਕੀ ਦੋਵਾਂ ਨਾਲੋਂ ਬਾਅਦ ਦੇ ਵਿੱਚ ਲਿਖੀ ਗਈ ਬਣਦੀ ਹੈ। ਹਾਲਾਂਕਿ ਇਹਦੇ ਵਿੱਚ ਕਲੇਮ ਤਾਂ 1718 ਦਾ ਕੀਤਾ ਗਿਆ, ਪਰ ਉਹਨੂੰ ਵਿਦਵਾਨ ਕੋਈ ਮਹੱਤਤਾ ਨਹੀਂ ਦਿੰਦੇ, ਕਿਉਂਕਿ ਇਹਦੇ ਵਿੱਚ ਜਿਹੜੀਆਂ ਰੈਫਰੈਂਸਿਸ ਹਨ, ਉਹਨਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਉਸ ਵਕਤ ਦੀ ਲਿਖੀ ਹੋਈ ਨਹੀਂ ਸੀ। ਤਾਂ ਭਾਸ਼ਾ ਦੇ ਪੱਖੋਂ ਵੀ ਇੱਕ ਪੈਟਰਨ ਦਾ ਵਿਕਾਸ ਸਾਡੇ ਸਾਹਮਣੇ ਸਪਸ਼ਟ ਹੋ ਜਾਂਦਾ ਹੈ। ਸਭ ਤੋਂ ਔਖੀ ਭਾਸ਼ਾ ਕੋਹਰ ਸਿੰਘ ਜੀ ਨੇ ਸਭ ਤੋਂ ਪਹਿਲੀ ਪੁਸਤਕ ਦੇ ਵਿੱਚ ਵਰਤੀ, ਜਿਹਦਾ ਪੰਜਾਬੀ ਮੁਹਾਵਰੇ ਨਾਲ ਬਹੁਤਾ ਸੰਬੰਧ ਨਹੀਂ ਸੀ, ਬੜੀ ਔਖੀ ਭਾਸ਼ਾ ਸੀ। ਅਗਲੀ ਜਿਹੜੀ ਪੁਸਤਕ ਆਈ, ਉਹਦੇ ਵਿੱਚ ਪੰਜਾਬੀ ਮੁਹਾਵਰਾ, ਪੰਜਾਬੀ ਸ਼ਬਦਾਵਲੀ ਉਹ ਪਹਿਲੇ ਨਾਲੋਂ ਕਾਫੀ ਵੱਧ ਹੋ ਗਈ, ਉਸ ਤੋਂ 40-50 ਸਾਲ ਬਾਅਦ ਲਿਖੀ ਗਈ। ਤੇ ਫਿਰ ਜਿਹੜੀ ਆਖਰੀ ਕਿਤਾਬ ਹੈ, ਉਹਦੇ ਵਿੱਚ ਹੋਰ ਪੰਜਾਬੀ ਦਾ, ਸਿੱਖੀ ਦੀ ਸ਼ਬਦਾਵਲੀ ਦਾ ਵਿੱਚ ਜਿਹੜਾ ਹੈ ਉਹ ਮਿਕਸਚਰ ਹੁੰਦਾ ਗਿਆ, ਮਿਲਗੋਭਾ ਹੁੰਦਾ ਗਿਆ। ਸਨਾਤਨੀ ਸ਼ਬਦਾਵਲੀ ਵਿੱਚ ਰਹੀ ਤੇ ਸਿੱਖ ਸ਼ਬਦਾਵਲੀ ਵਿੱਚ ਨਾਲ ਨਾਲ ਆ ਗਈ। ਤੇ ਇਹ ਜਿਹੜੀ ਪਹਿਲੀਆਂ ਦੋ ਕਿਤਾਬਾਂ ਸਨ, ਇਹਨਾਂ ਦੇ ਵਿੱਚ ਵੀ ਇੱਕ ਪ੍ਰੋਸੈਸ ਸਾਨੂੰ ਤਿੰਨਾਂ ਦੇ ਵਿੱਚ ਦਿਸਦਾ ਕਿ ਪਹਿਲੀਆਂ ਦੋ ਕਿਤਾਬਾਂ ਦੇ ਵਿੱਚ ਸਿਧਾਂਤਕ ਜਿਹੜੀ ਆਪਾਂ ਕਹੀਏ ਮਿਲਾਵਟ ਕੀਤੀ ਗਈ ਜਾਂ ਉਲੰਘਣਾ ਕੀਤੀ ਗਈ, ਉਹ ਤਾਂ ਕੀਤੀ ਹੀ ਗਈ। ਉਹਦੇ 'ਚ ਉਹਨਾਂ ਨੇ ਕੋਈ ਬਹੁਤੀ ਕਮੀ ਨਹੀਂ ਰੱਖੀ, ਚਾਹੇ ਸੁੱਖਾ ਸਿੰਘ ਜੀ ਦੀ ਦੇਖੀ ਤੇ ਚਾਹੇ ਕੋਹਰ ਸਿੰਘ ਜੀ ਦੀ ਦੇਖੀ। ਪਰ ਨਾਲ ਨਾਲ
ਜਦੋਂ ਅਸੀਂ ਤੀਜੀ ਪੁਸਤਕ ਤੇ ਪਹੁੰਚਦੇ ਹਾਂ, ਜਿਹੜੀ ਸੋਹਣ ਕਵੀ ਵਾਲੀ ਗੁਰਬਿਲਾਸ ਪਾਤਸ਼ਾਹੀ 6ਵੀਂ ਹੈ, ਤੇ ਉਹਦੇ ਚ ਸਾਨੂੰ ਦੋ ਚੀਜ਼ਾਂ ਮਿਲ ਜਾਂਦੀਆਂ ਹਨ ਕਿ ਸਿਧਾਂਤਕ ਮਿਲਾਵਟ ਤਾਂ ਮਿਲਦੀ ਹੀ ਹੈ, ਕਾਫੀ ਕੁਝ ਮਿਲਦਾ ਹੈ ਉਹਦੇ ਵਿੱਚ। ਜਿਹੜੀਆਂ ਅਸੀਂ ਗੱਲਾਂ ਪਹਿਲੇ ਕਰ ਚੁੱਕੇ ਹਾਂ, ਮੈਂ ਰਿਪੀਟ ਨਹੀਂ ਕਰ ਰਿਹਾ, ਉਹ ਸਾਰੀਆਂ ਗੱਲਾਂ ਉਹਦੇ ਵਿੱਚ ਭਰਪੂਰ ਨੇ। ਪਰ ਨਾਲ ਜਿਹੜੀ ਨਵੀਂ ਚੀਜ਼ ਇਹਦੇ ਵਿੱਚ ਐਡ ਹੋ ਗਈ ਉਹ ਸੀ ਕਿ ਗੁਰੂ ਸਾਹਿਬ ਦੇ ਨਿੱਜੀ ਜੀਵਨ ਦਾ ਜਿਹੜਾ ਬਿਰਤਾਂਤ ਸੀ ਉਹਨੂੰ ਵੀ ਗੰਧਲਾ ਕਰਨ ਦੀ ਖੁੱਲਮ ਖੁੱਲਾ ਕੋਸ਼ਿਸ਼ ਉਹਦੇ ਵਿੱਚ ਕੀਤੀ ਗਈ। ਉਹਨਾਂ ਦੇ ਬਾਰੇ ਉਹੋ ਜਿਹੀਆਂ ਗੱਲਾਂ ਲਿਖੀਆਂ ਗਈਆਂ ਜਿਹੜੀਆਂ ਕਿ ਉਹਨਾਂ ਦੀ ਸ਼ਾਨ ਦੇ ਬਿਲਕੁਲ ਖਿਲਾਫ ਸਨ। ਤੋ ਸਾਡੇ ਇਤਿਹਾਸ ਦੀਆਂ ਪੁਸਤਕਾਂ ਵਿੱਚੋਂ ਇਹ ਦੂਜੀ ਪੁਸਤਕ ਹੈ ਜਿਨੇ ਬੜੇ ਘਿਰਨਾਯੋਗ ਢੰਗ ਦੇ ਨਾਲ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਬਹੁਤ ਹੀ ਨੀਵੇਂ ਪੱਧਰ ਤੇ ਜਾ ਕੇ ਉਹਨਾਂ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਦੂਜੀ ਪੁਸਤਕ ਹੈ। ਪਹਿਲੀ ਪੁਸਤਕ ਜਿਹਦਾ ਅਸੀਂ ਅੱਗੇ ਜ਼ਿਕਰ ਕਰ ਚੁੱਕੇ ਹਾਂ ਉਹ ਭਾਈ ਬਾਲੇ ਵਾਲੀ ਜਨਮ ਸਾਖੀ ਆ, ਭਾਈ ਹੰਦਾਲ ਦੇ ਡੇਰੇ ਵੱਲੋਂ ਲਿਖਵਾਈ ਜਨਮ ਸਾਖੀ ਜਿਹੜੀ ਸੀ, ਉਹਨੇ ਬਹੁਤ ਗੰਧਲੇ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਦੀ ਸ਼ਖਸੀਅਤ ਨੂੰ ਪ੍ਰਭਾਵਿਤ ਕਰਨ ਦੇ ਲਈ ਕੁਝ ਸਾਖੀਆਂ ਲਿਖੀਆਂ ਸੀ। ਹੁਣ ਹੋਇਆ ਇਹ ਕਿ ਜਦੋਂ ਇਹ ਤਿੰਨਾਂ ਪੁਸਤਕਾਂ ਦੇ ਨਾਲ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਜਿਹੜਾ ਅੱਗੇ ਹੁਣ ਸੂਰਜ ਪ੍ਰਕਾਸ਼ ਤੱਕ ਬ੍ਰਿਜ ਭਾਸ਼ਾ ਦਾ ਚੱਲਦਾ ਹੈ, ਤਾਂ ਇਹਦੇ ਨਾਲ ਆਪਣੇ ਆਪ ਸਿੱਖੀ ਦੇ ਪ੍ਰਚਾਰ ਢਾਂਚੇ ਦੇ ਵਿੱਚ ਇੱਕ ਵੱਡੀ ਤਬਦੀਲੀ ਆ ਗਈ। ਹੁਣ ਜਿਨ੍ਹਾਂ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ, ਤਿੰਨ ਪੁਸਤਕਾਂ ਦੀ, ਇਹਨਾਂ 'ਚ ਦੋ ਦੀ ਕਥਾ ਇਤਿਹਾਸਕ ਕਥਾ ਵਜੋਂ ਰੋਜ਼ਾਨਾ ਗੁਰਦੁਆਰਿਆਂ ਦੇ ਵਿੱਚ ਹੋਣੀ ਸ਼ੁਰੂ ਹੋ ਗਈ। ਹੁਣ ਇਤਿਹਾਸਕ ਕਥਾ ਦੇ ਮਤਲਬ ਇਹ ਹੈ ਕਿ 6ਵੀਂ ਪਾਤਸ਼ਾਹੀ ਦਾ ਜਿਹੜਾ ਗੁਰਬਿਲਾਸ ਸੀ ਤੇ ਸੁੱਖਾ ਸਿੰਘ ਦਾ 10ਵੀਂ ਪਾਤਸ਼ਾਹੀ ਦਾ ਗੁਰਬਿਲਾਸ, ਇਹਨਾਂ ਦੀ ਦੋਵਾਂ ਦੀ ਕਥਾ ਹੋਣ ਦੇ ਸਾਨੂੰ ਸੰਕੇਤ ਮਿਲਦੇ ਹਨ। ਸੌਰੀ, 6ਵੀਂ ਪਾਤਸ਼ਾਹੀ ਦਾ ਤੇ ਸੁੱਖਾ ਸਿੰਘ ਦੀ ਜਿਹੜੀ ਸੁੱਖਾ ਸਿੰਘ ਦੀ 10ਵੀਂ ਪਾਤਸ਼ਾਹੀ ਦਾ ਜਿਹੜਾ ਹੈ, ਇਹਨਾਂ ਦੋਵਾਂ ਕਿਤਾਬਾਂ ਦੀ ਸਾਨੂੰ ਗੁਰਦੁਆਰਿਆਂ ਦੇ ਵਿੱਚ ਕਥਾ ਰੋਜ਼ਾਨਾ ਇਤਿਹਾਸ ਦੇ ਤੌਰ ਦੇ ਉੱਤੇ ਹੋਣ ਦੇ ਸਾਨੂੰ ਸੰਕੇਤ ਮਿਲ ਜਾਂਦੇ ਹਨ, ਪਤਾ ਲੱਗ ਜਾਂਦਾ ਹੈ। ਹੁਣ ਜਨਮ ਸਾਖੀ ਦੀ ਕਥਾ ਭਾਈ ਬਾਲੇ ਵਾਲੀ ਦੀ ਵੀ ਪਹਿਲਾਂ ਹੁੰਦੀ ਰਹੀ ਹੈ, ਪਰ ਉਹਦੀ ਭਾਸ਼ਾ ਪੰਜਾਬੀ ਸੀ। ਤੇ ਜਦੋਂ ਤੱਕ ਤੇ ਉਹ ਹੱਥ ਲਿਖਤ ਖਰੜਿਆਂ ਦੇ ਰੂਪ ਵਿੱਚ ਰਹੀ, ਉਦੋਂ ਤੱਕ ਤੇ ਆਮ ਸ਼ਾਇਦ ਅਵੇਲੇਬਲ ਨਹੀਂ ਹੋਏਗੀ, ਕੁਝ ਕੁ ਵਿਦਵਾਨਾਂ ਨੂੰ ਹੀ ਮਿਲਦੀ ਹੋਵੇਗੀ। ਪਰ ਜਦੋਂ ਇਹ ਕਿਤਾਬਾਂ ਛਪਣੀਆਂ ਸ਼ੁਰੂ ਹੋਈਆਂ ਤਾਂ ਭਾਈ ਬਾਲੇ ਵਾਲੀ ਜਨਮ ਸਾਖੀ ਆਮ ਛਪ ਕੇ, ਆਪਾਂ ਗੱਲ ਕਰ ਰਹੇ ਹਾਂ ਤਕਰੀਬਨ ਸਨ 1880 1875 ਦੇ ਸਮੇਂ ਦੀ, ਜਦੋਂ ਪ੍ਰੈਸ ਸ਼ੁਰੂ ਹੋਈ ਤਾਂ ਇਹ ਆਮ ਘਰਾਂ 'ਚ ਵੀ ਪੜ੍ਹੀ ਜਾਣ ਲੱਗੀ। ਹੁਣ ਇਹਦੀ ਭਾਸ਼ਾ ਪੰਜਾਬੀ ਸੀ, ਆਮ ਘਰਾਂ ਦੇ ਲੋਕ ਲੈ ਜਾਂਦੇ ਸਨ ਤੇ ਇਹਨਾਂ ਨੂੰ ਘਰਾਂ ਦੇ ਵਿੱਚ ਪੜ੍ਹੇ ਜਾਣ ਲੱਗ ਗਈ। ਤੇ ਫਿਰ ਜਿਹੜੀਆਂ ਇਹਦੇ ਵਿੱਚ ਉਹੋ ਜਿਹੀਆਂ ਕਹਾਣੀਆਂ ਸਨ ਜਿਨ੍ਹਾਂ ਤੇ ਆਮ ਲੋਕਾਂ ਨੂੰ ਬੜੀ ਆਬਜੈਕਸ਼ਨ ਹੋਈ, ਉਹ ਹੌਲੀ ਹੌਲੀ ਪਬਲਿਸ਼ਰਸ ਨੇ ਆਪੇ ਹੀ ਵਿੱਚੋਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਛੇਤੀ ਕੱਢ ਦਿੱਤੀਆਂ ਗਈਆਂ। ਤੇ ਜੋ ਆਮ ਤੌਰ ਦੇ ਉੱਤੇ ਪ੍ਰਚਲਿਤ ਹੋਈ, ਉਹ ਜਿਹੜੇ ਛਾਪੇ ਇਹਦੇ ਸਾਨੂੰ ਹੁਣ ਵੀ ਮਿਲਦੇ ਹਨ, ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਓਰੀਜਨਲ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਸੈਨੀਟਾਈਜ਼ ਕੀਤੇ ਹੋਏ ਐਡੀਸ਼ਨਸ ਅਸੀਂ ਕਹਿ ਸਕਦੇ ਹਾਂ, ਕਿ ਜਿਹੜੇ ਇਤਰਾਜ਼ਯੋਗ ਕਥਾਵਾਂ ਕੱਢ ਦਿੱਤੀਆਂ ਗਈਆਂ, ਜਿਹੜੀ ਗੁਰੂ ਸਾਹਿਬ ਦੀ ਸ਼ਖਸੀਅਤ ਉੱਤੇ ਅਟੈਕ ਕਰਦੀਆਂ ਸਨ। ਪਰ ਉਹ ਕਥਾਵਾਂ ਅੱਜ ਵੀ ਇਹਦੇ ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਮੌਜੂਦ ਹਨ, ਜਿਹੜੀਆਂ ਸਿਧਾਂਤਕ ਤੌਰ ਤੇ ਇਤਰਾਜ਼ਯੋਗ ਗੱਲਾਂ, ਉਹ ਅੱਜ ਵੀ ਉਹਦੇ ਵਿੱਚ ਮੌਜੂਦ। ਹੁਣ ਇਹ ਜਿਹੜੀ ਸੈਨੀਟਾਈਜੇਸ਼ਨ ਦਾ ਪ੍ਰੋਸੈਸ ਮੈਂ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਦੱਸਿਆ, ਇਹਦਾ ਦੱਸਣ ਦਾ ਮਨੋਰਥ ਇਹ ਸੀ ਕਿ ਚੂੰਕਿ ਭਾਈ ਬਾਲੇ ਵਾਲੀ ਜਨਮ ਸਾਖੀ ਪੰਜਾਬੀ ਦੇ ਵਿੱਚ ਲਿਖੀ ਗਈ ਸੀ ਤੇ ਆਮ ਲੋਕਾਂ ਦੇ ਵਿੱਚ ਵੀ ਇਹਦੇ ਵਿਰੁੱਧ ਆਵਾਜ਼ ਉੱਠੀ, ਤੇ ਇਹਦੇ ਵਿੱਚ ਸੁਧਾਰ ਕਰਨ ਦੀ ਜਿਹੜੀ ਇੱਕ ਉਹ ਕੰਮ ਕੀਤਾ ਗਿਆ, ਤੇ ਸੁਧਾਰ ਹੋ ਗਿਆ। ਸਾਨੂੰ ਅੱਜ ਉਹ ਸੈਨੀਟਾਈਜ਼ਡ ਐਡੀਸ਼ਨਸ ਹੀ ਮਿਲਦੀਆਂ। ਪਰ ਜਿਹੜੇ ਇਤਰਾਜ਼ਯੋਗ ਚੀਜ਼ਾਂ ਹੈ, ਬ੍ਰਿਜ ਭਾਸ਼ੀ ਗ੍ਰੰਥ ਜਿਹੜਾ ਖਾਸ ਕਰਕੇ ਪਾਤਸ਼ਾਹੀ 6ਵੀਂ ਦਾ ਗੁਰਬਿਲਾਸ ਹੈ, ਉਹਦੇ ਵਿੱਚ ਬਹੁਤ ਸਾਰੀਆਂ ਇਤਰਾਜ਼ਯੋਗ ਕਥਾਵਾਂ ਜਿਹੜੀਆਂ ਨੇ ਕਦੇ ਕੱਢੀਆਂ ਹੀ ਨਹੀਂ ਗਈਆਂ। ਇੱਥੋਂ ਤੱਕ ਕਿ ਸਾਡੀ ਮੁੱਖ ਸੰਸਥਾ ਨੇ ਜਦੋਂ ਦੁਬਾਰਾ ਇਹ ਛਾਪੀ, ਇਹਨੂੰ ਪ੍ਰਚਲਿਤ ਕਰਨ ਦੀ ਨੀਅਤ ਦੇ ਨਾਲ, ਉਦੋਂ ਵੀ ਉਹਨਾਂ ਨੇ ਇਹਦੀ ਉਸ ਤਰੀਕੇ ਦੇ ਨਾਲ ਸੈਨੀਟਾਈਜੇਸ਼ਨ ਨਹੀਂ ਕੀਤੀ ਕਿ ਜਿਹੜੀਆਂ ਇਤਰਾਜ਼ਯੋਗ ਕਹਾਣੀਆਂ ਉਹਦੇ 'ਚ ਲਿਖੀਆਂ ਨੇ ਉਹਨਾਂ ਨੂੰ ਕੱਢ ਦਿੱਤਾ ਜਾਵੇ। ਜਿਵੇਂ ਕਿ ਉਹਦੀ ਵਿਚਾਰ ਕਰਨ ਲੱਗਿਆ ਮੈਂ ਉਸੇ ਐਡੀਸ਼ਨ ਵਿੱਚੋਂ ਹੀ ਕਾਫੀ ਸਾਰੀਆਂ ਗੱਲਾਂ ਆਪ ਨੂੰ ਸੁਣਾਈਆਂ ਸਨ। ਤਾਂ ਇਹਦਾ ਅਸੀਂ ਕੀ ਅਰਥ ਕੱਢੀਏ ਕਿ ਪਹਿਲਾਂ ਉਹ ਪੰਜਾਬੀ ਵਿੱਚ ਲਿਖੀ ਗਈ ਜਿਹੜੀ ਪੋਥੀ ਸੀ ਉਹਦੇ ਵਿੱਚੋਂ ਤਾਂ ਕੱਢ ਦਿੱਤੀਆਂ ਗਈਆਂ, ਪਰ ਬ੍ਰਿਜ ਭਾਸ਼ਾ ਵਾਲੀ ਦੇ ਵਿੱਚ ਦੁਬਾਰਾ ਵੀ ਛਾਪਣ ਦਾ ਜਿਹੜਾ ਹੈਗਾ ਉਹ ਹਿਆ ਕਰ ਲਿਆ ਗਿਆ। ਸ਼ਾਇਦ ਉਹਨਾਂ ਦੀ ਸੋਚ ਇਹ ਸੀ ਕਿ ਬ੍ਰਿਜ ਭਾਸ਼ੀ ਗ੍ਰੰਥ ਹੈ, ਇਹ ਆਮ ਲੋਕ ਤਾਂ ਇਹਨੂੰ ਪੜ੍ਹਨਗੇ ਨਹੀਂ, ਕੇਵਲ ਕੁਝ ਕੁ ਜਿਹੜੇ ਪ੍ਰਚਾਰਕ ਸ਼੍ਰੇਣੀ ਦੇ ਜਿਹੜੇ ਨੇ ਉਹੀ ਇਹਨੂੰ ਪੜ੍ਹਨ ਦੀ ਸਹਿਮਤ ਉਠਾਉਣਗੇ,
ਇਸ ਕਰਕੇ ਉਹਨਾਂ ਦੇ ਨਿਵਾਸ ਤੁਹਾਨੂੰ ਇੰਨਾ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ। ਆਮ ਲੋਕਾਂ ਤੱਕ ਤਾਂ ਇਹ ਪਹੁੰਚੇਗੀ ਨਹੀਂ, ਤਾਂ ਉਹਨਾਂ ਨੇ ਬੇਖਟਕੇ ਉਹ ਸਾਰੀਆਂ ਚੀਜ਼ਾਂ ਉਦਾਂ ਹੀ ਛਾਪ ਦਿੱਤੀਆਂ। ਹੁਣ ਇਹ ਕੰਮ ਸਿਰਫ ਇਸ ਕਰਕੇ ਹੋ ਸਕਿਆ ਕਿਉਂਕਿ ਇਹ ਸਾਡੀ ਲੋਕ ਭਾਸ਼ਾ ਦੇ ਵਿੱਚ ਨਹੀਂ ਸੀ। ਇਹ ਅਸਲ ਭਾਸ਼ਾ ਇਹਦੀ ਬ੍ਰਿਜ ਭਾਸ਼ਾ ਸੀ। ਹੁਣ ਇਹ ਇੰਡੀਕੇਟ ਕਰਦੀ ਹੈ ਸਾਨੂੰ ਕਿ ਕਿਸ ਤਰੀਕੇ ਦੇ ਨਾਲ ਸਾਡੇ ਪ੍ਰਚਾਰ ਢਾਂਚੇ ਦੇ ਵਿੱਚ ਤਬਦੀਲੀਆਂ ਆ ਰਹੀਆਂ ਸਨ। ਹੁਣ ਜਦੋਂ ਇਹ ਬ੍ਰਿਜ ਭਾਸ਼ੀ ਸਾਹਿਤ ਜਿਹੜਾ ਹੈ ਇਹ ਸਾਡਾ ਮੁੱਖ ਇਤਿਹਾਸਕ ਸਾਹਿਤ ਬਣ ਗਿਆ, ਤਾਂ ਇਹਦੇ ਨਾਲ ਆਪਣੇ ਆਪ ਦੇ ਵਿੱਚ ਹੀ ਕਈ ਚੀਜ਼ਾਂ ਆਈਆਂ, ਕਿਉਂਕਿ ਇਹਨਾਂ ਦੀ ਕਥਾ ਹੋਣ ਲੱਗ ਗਈ ਤੇ ਆਮ ਸਿੱਖ ਕੇਵਲ ਪਾਠਕ ਵੀ ਨਹੀਂ, ਕੇਵਲ ਸਰੋਤੇ ਹੀ ਬਣ ਕੇ ਰਹਿ ਗਏ। ਹੁਣ ਜੇ ਸਿੱਖ ਧਰਮ ਦੇ ਇਤਿਹਾਸ ਵੱਲ ਅਸੀਂ ਨਜ਼ਰ ਮਾਰੀਏ ਤੇ ਗੁਰੂ ਸਾਹਿਬਾਨ ਨੇ ਗੁਰਬਾਣੀ ਦੀ ਰਚਨਾ ਦੇਵ ਭਾਸ਼ਾਵਾਂ ਨੂੰ ਛੱਡ ਕੇ ਪੰਜਾਬੀ ਦੇ ਵਿੱਚ ਕੀਤੀ। ਉਹਨਾਂ ਨੇ ਨਾ ਬ੍ਰਿਜ ਭਾਸ਼ਾ ਵਿੱਚ ਕੀਤੀ, ਨਾ ਸੰਸਕ੍ਰਿਤ ਵਿੱਚ ਕੀਤੀ, ਨਾ ਹਿੰਦੀ ਵਿੱਚ ਕੀਤੀ। ਉਹਨਾਂ ਨੇ ਇਲਾਕੇ ਦੀ ਭਾਸ਼ਾ ਪੰਜਾਬੀ ਨੂੰ ਅਪਣਾਇਆ, ਉਹਦਾ ਵਿਕਾਸ ਕੀਤਾ। ਤੇ ਇਹਦੇ ਪਿੱਛੇ ਸੋਚ ਜਿਹੜੀ ਸੀ ਉਹਨਾਂ ਦੀ ਇਹ ਸੀ ਕਿ ਹਰ ਜਨਮਾਨਸ ਤੱਕ ਇਹ ਸੁਨੇਹਾ ਪਹੁੰਚਣਾ ਚਾਹੀਦਾ ਹੈ, ਔਰ ਉਹਨਾਂ ਤੱਕ ਵੀ ਪਹੁੰਚਣਾ ਚਾਹੀਦਾ ਹੈ ਜਿਹੜੇ ਬਹੁਤੇ ਪੜ੍ਹੇ ਲਿਖੇ ਨਹੀਂ, ਜਾਂ ਈਵਨ ਜਿਹੜੇ ਅਨਪੜ੍ਹ ਵੀ ਹਨ, ਜਿਹੜੇ ਸਿਰਫ ਬਾਣੀ ਨੂੰ ਯਾਦ ਵੀ ਕਰ ਲੈਂਦੇ ਹਨ। ਉਹ ਬਾਣੀ ਦਾ ਯਾਦ ਕੀਤਾ ਹੋਇਆ ਪਾਠ ਵੀ ਕਰਦਿਆਂ ਉਹ ਸਖੈਨ ਇੰਨੀਆਂ ਹਨ ਕਈ ਬਾਣੀਆਂ ਤੇ ਕਿ ਹਰ ਬੰਦਾ ਉਹਨੂੰ ਸਮਝ ਸਕਦਾ, ਉਹਦੇ 'ਚ ਕੋਈ ਸਮਝਣਾ ਔਖਾ ਨਹੀਂ ਹੁੰਦਾ। ਜੇ ਅਸੀਂ ਆਪਣੇ ਜੀਵਨ ਦੇ ਵਿੱਚ ਹੀ ਆਲੇ ਦੁਆਲੇ ਦੇਖੀਏ ਤੇ ਇੱਕ ਬਾਣੀ ਇਹੋ ਜਿਹੀ ਸਾਡੇ ਸਾਹਮਣੇ ਇਹੋ ਜਿਹੀ ਆਉਂਦੀ ਹੈ ਕਿ ਜਿਹੜੀ ਹਰ ਵਿਅਕਤੀ ਉਹਨੂੰ ਪਾਠ ਕਰਕੇ ਉਹਦਾ ਆਨੰਦ ਲੈਂਦਾ ਹੈ, ਜਿਵੇਂ ਸੁਖਮਨੀ ਸਾਹਿਬ ਦੀ ਬਾਣੀ ਹੈ। ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਸ਼ਬਦ ਹਨ, ਅਸੀਂ ਕੀਰਤਨ ਸੁਣਦੇ ਹਾਂ ਤੇ ਸੁਖੈਨ ਭਾਸ਼ਾ ਹੋਣ ਕਰਕੇ ਅਸੀਂ ਉਹਨੂੰ ਬਹੁਤ ਆਰਾਮ ਨਾਲ ਸਮਝ ਲੈਂਦੇ ਹਾਂ। ਤਾਂ ਪਰਪਸ ਇਹ ਸੀ ਕਿ ਹਰ ਮਨੁੱਖ ਮਾਤਰ ਤੱਕ ਇਹ ਜਿਹੜਾ ਅਕਾਲ ਪੁਰਖ ਦਾ ਸੁਨੇਹਾ ਪਹੁੰਚੇ, ਉਹ ਇਹਦੇ ਤੋਂ ਲਾਭ ਉਠਾਵੇ ਤੇ ਇਹਦੇ ਤੇ ਅਮਲ ਕਰਕੇ ਆਪਣੇ ਜੀਵਨ ਨੂੰ ਸਵਾਰ ਲਵੇ। ਤੇ ਇਤਿਹਾਸ ਜਦੋਂ ਸਾਡਾ ਲਿਖਿਆ ਜਾਣ ਲੱਗਾ, ਉਹਦੇ ਵਿੱਚ ਵੀ ਇਹੀ ਸੋਚ ਸ਼ੁਰੂ ਵਿੱਚ ਕੰਮ ਕਰਦੀ ਰਹੀ। ਤੇ ਪਹਿਲਾ ਜਿਹੜਾ ਸਾਡਾ ਇਤਿਹਾਸ ਲਿਖਿਆ ਗਿਆ ਉਹ ਪੰਜਾਬੀ 'ਚ ਹੀ ਲਿਖਿਆ ਗਿਆ। ਪਰ ਜਿਹੜਾ ਬ੍ਰਿਜ ਭਾਸ਼ਾ ਦਾ ਯੁੱਗ ਹੈ ਉਹ ਸਨ 1750 ਈਸਵੀ ਦੇ ਲਗਭਗ ਸ਼ੁਰੂ ਹੋ ਜਾਂਦਾ ਹੈ। ਹੁਣ ਹੋਇਆ ਕਿ ਗੁਰੂ ਸਾਹਿਬ ਨੇ ਪੂਰਨੇ ਪਾਏ ਸਨ ਕਿ ਆਮ ਲੋਕ ਭਾਸ਼ਾ ਦੇ ਵਿੱਚ ਸਾਨੂੰ ਸਾਰਾ ਸਾਹਿਤ ਰਚਣਾ ਚਾਹੀਦਾ ਹੈ। ਹੁਣ ਇਸ ਪ੍ਰਕਿਰਿਆ ਨੂੰ ਬਿਲਕੁਲ ਉਲਟਾ ਕਰਨ ਦੀ, ਉਲਟਾਏ ਜਾਣ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ ਇਹਨਾਂ ਪੁਸਤਕਾਂ ਦੇ ਨਾਲ। ਗੁਰਬਾਣੀ ਨੂੰ ਤਾਂ ਉਹ ਬਦਲ ਨਹੀਂ ਸਨ ਸਕਦੇ, ਪਰ ਇਤਿਹਾਸ ਦੇ ਥਰੂ ਸਿਧਾਂਤਾਂ ਦੀ ਕਿਵੇਂ ਵਿਆਖਿਆ ਕੀਤੀ ਜਾਵੇ, ਇਹ ਉਹਨਾਂ ਨੂੰ ਲੱਗਿਆ ਵੀ ਅਸੀਂ ਜੋ ਮਰਜ਼ੀ ਕਰ ਲਈਏ ਇਹਦੇ, ਤੇ ਉਹਨਾਂ ਨੇ ਭਾਸ਼ਾ ਬਦਲਣੀ ਸ਼ੁਰੂ ਹੋ ਗਈ। ਹੁਣ ਭਾਸ਼ਾ ਵੀ ਐਸੀ ਲਿਖ ਦਿੱਤੀ ਗਈ ਜਿਹੜੀ ਕਿ ਆਮ ਜਨ ਸਧਾਰਨ ਜਨਮਾਨਸ ਦੀ ਭਾਸ਼ਾ ਨਹੀਂ ਸੀ, ਨਾ ਪੰਜਾਬ ਦੀ ਭਾਸ਼ਾ ਸੀ। ਇਹ ਵਿਦਵਤਾ ਭਰਪੂਰ ਭਾਸ਼ਾ ਦੇ ਵਿੱਚ ਜਿਹੜੇ ਗ੍ਰੰਥ ਰਚੇ ਜਾਣ ਲੱਗ ਗਏ। ਹੁਣ ਇਹਦਾ ਅਸਰ ਕੀ ਹੋਇਆ ਸਾਡੇ ਉੱਤੇ ਕਿ ਆਮ ਤੌਰ ਦੇ ਉੱਤੇ ਜਦੋਂ ਪ੍ਰਵਾਨਿਤ ਗ੍ਰੰਥ ਇਹੀ ਬਣ ਗਏ ਜਿਨ੍ਹਾਂ ਦੀ ਵਿਆਖਿਆ ਕੀਤੀ ਜਾਣੀ ਹੈ, ਤਾਂ ਫਿਰ ਅਸੀਂ ਇੱਕ ਸਿੱਖ ਦੇ ਤੌਰ ਦੇ ਉੱਤੇ ਅਸੀਂ ਵਿਆਖਿਆਕਾਰਾਂ ਦੇ ਉੱਤੇ ਡਿਪੈਂਡੈਂਟ ਹੋ ਗਏ ਕਿ ਸਾਨੂੰ ਕੀ ਦੱਸਿਆ ਜਾਏ। ਹੁਣ ਜਦੋਂ ਤੱਕ ਸਾਨੂੰ ਵਿਆਖਿਆ ਨਹੀਂ ਕਰਕੇ ਦੱਸੀ ਜਾਂਦੀ, ਉਦੋਂ ਤੱਕ ਸਾਨੂੰ ਇਹਦੀ ਸਮਝ ਨਹੀਂ ਲੱਗਦੀ। ਹੁਣ ਸਿੱਖ ਤੇ ਗੁਰੂ ਦੇ ਇਤਿਹਾਸ ਦੇ ਵਿਚਕਾਰ ਜਿਹੜਾ ਇੱਕ ਵਿਆਖਿਆਕਾਰ ਉਹ ਇੱਕ ਪਰਮਾਨੈਂਟ ਅਪੈਂਡੇਜ ਦੇ ਤੌਰ ਦੇ ਉੱਤੇ ਵਿੱਚ ਆ ਗਿਆ। ਔਰ ਉਹ ਵਿਆਖਿਆਕਾਰ ਵੀ ਕੋਈ ਇਹ ਨਹੀਂ ਕਿ ਸਾਡੇ ਵਿੱਚੋਂ ਹੀ ਕੋਈ ਉੱਠ ਕੇ ਬਣ ਜਾਏਗਾ, ਉਹਨੂੰ ਬ੍ਰਿਜ ਭਾਸ਼ਾ ਦਾ ਗਿਆਤਾ ਵੀ ਹੋਵੇ। ਤੇ ਜੇ ਵਿਸ਼ੇ ਵਸਤੂ ਦੀ ਅਸੀਂ ਗੱਲ ਕਰੀਏ ਇਹਨਾਂ ਸਾਰੀਆਂ ਪੁਸਤਕਾਂ ਦੇ ਵਿੱਚ, ਉਸ ਵਿਆਖਿਆਕਾਰ ਨੂੰ ਸਨਾਤਨੀ ਸਿਧਾਂਤ ਵੀ ਪੂਰੇ ਆਉਣੇ ਚਾਹੀਦੇ ਹਨ, ਸਨਾਤਨੀ ਫਲਸਫੇ ਦਾ ਵੀ ਪਤਾ ਹੋਣਾ ਚਾਹੀਦਾ ਹੈ, ਕਰਮ ਕਾਂਡ ਦਾ ਵੀ ਪਤਾ ਹੋਣਾ ਚਾਹੀਦਾ ਹੈ, ਪੁਰਾਣਿਕ ਕਥਾਵਾਂ ਦਾ ਵੀ ਗਿਆਤਾ ਹੋਣ ਦੀ ਲੋੜ ਸੀ, ਕਿਉਂਕਿ ਬ੍ਰਿਜ ਭਾਸ਼ੀ ਸਾਹਿਤ ਵਿੱਚ ਤਾਂ ਬਹੁਤਾ ਕੁਝ ਲਿਖਿਆ ਹੀ ਇਹ ਹੋਇਆ ਸੀ। ਸੋ ਹੁਣ ਸ਼ਰਧਾਲੂ ਸਿੱਖ ਜਿਹੜੇ ਸਨ ਸਾਡੇ ਵਰਗੇ, ਉਹਨਾਂ ਨੂੰ ਉਹੀ ਇਤਿਹਾਸ ਸੁਣਾਇਆ ਜਾਣ ਲੱਗ ਪਿਆ ਜੋ ਵਿਆਖਿਆਕਾਰ, ਜਾਂ ਅਸੀਂ ਕਹਿ ਰਹੀਏ ਕਿ ਜਿਹੜਾ ਪੁਜਾਰੀ ਤਬਕਾ ਸੁਣਾਉਣਾ ਚਾਹੁੰਦਾ ਸੀ ਸਾਨੂੰ, ਹੁਣ ਉਹ ਇਤਿਹਾਸ ਸੁਣਾਇਆ ਜਾਣ। ਇਹ ਸਾਰੀ ਕਰਾਮਾਤ ਜਿਹੜੀ ਹੋ ਗਈ, ਕਿੱਥੇ ਅਸੀਂ ਬਾਣੀ ਨੂੰ ਪੜ੍ਹਨ ਲਈ, ਬਾਣੀ ਦਾ ਆਨੰਦ ਲੈਣ ਲਈ, ਬਾਣੀ ਦੇ ਮੁੱਖ ਕੇਂਦਰੀ ਭਾਵ ਨੂੰ ਸਮਝਣ ਲਈ ਸਾਨੂੰ ਕਿਸੇ ਦੀ ਇੰਟਰਵੈਂਸ਼ਨ ਦੀ ਲੋੜ ਨਹੀਂ ਸੀ। ਪਰ ਇਤਿਹਾਸ ਦੀ ਸਾਨੂੰ ਉਦੋਂ ਹੀ ਸਮਝ ਲੱਗਦੀ ਸੀ ਜਦੋਂ ਇੱਕ ਪੁਜਾਰੀ ਸਾਡੇ ਤੇ ਗੁਰੂ ਦੇ ਵਿਚਕਾਰ ਆ ਕੇ ਬੈਠ ਜਾਂਦਾ ਸੀ ਤੇ ਸਾਨੂੰ ਦੱਸਦਾ ਸੀ ਕਿ ਇਹਦਾ ਕੀ ਮਤਲਬ ਹੈ, ਗੁਰੂ ਨੇ ਕੀ ਕੀਤਾ, ਕੀ ਕਿਹਾ। ਇਹਦੇ ਵਾਸਤੇ ਸਾਨੂੰ ਉਹ ਵਿਆਖਿਆਕਾਰ ਦੀ ਜਾਂ ਪੁਜਾਰੀ ਦੀ ਸਾਨੂੰ ਲੋੜ ਪੈਣੀ ਸੀ। ਹੁਣ ਇਹਦਾ ਦੂਜਾ ਨਤੀਜਾ ਇਹ ਹੋਇਆ ਕਿ ਜਿਵੇਂ ਪਹਿਲਾਂ ਅਸੀਂ ਗੱਲ ਕੀਤੀ ਹੈ
ਹਾਲਾਂਕਿ ਉਹ ਪੁਸਤਕ ਆਪਣੇ ਆਪ ਵਿੱਚ ਕਾਫੀ ਇਤਰਾਜ਼ਯੋਗ ਹੈ, ਪਰ ਫਿਰ ਵੀ ਉਸ ਪੁਸਤਕ ਦੀ ਪਪੂਲੈਰਿਟੀ ਤੋਂ ਸਾਨੂੰ ਇੱਕ ਗੱਲ ਦਾ ਸਮਝ ਲੱਗ ਜਾਂਦੀ ਹੈ ਕਿ ਪੰਜਾਬੀ ਦੀ ਪੁਸਤਕ ਹੋਣ ਕਰਕੇ ਉਹ ਭਾਈ ਬਾਲੇ ਵਾਲੀ ਜਨਮ ਸਾਖੀ ਘਰ ਘਰ ਤੱਕ ਪਹੁੰਚ ਗਈ। ਪਰ ਇਹਨਾਂ 'ਚ ਕੋਈ ਵੀ ਪੁਸਤਕ ਐਸੀ ਨਹੀਂ ਜਿਹੜੀ ਘਰ ਘਰ ਤੱਕ ਪਹੁੰਚੀ। ਹੁਣ ਇਹ ਘੱਟ ਪੜ੍ਹੇ ਲਿਖੇ ਜਾਂ ਅਨਪੜ੍ਹ ਦੀ ਤਾਂ ਗੱਲ ਕਰੀਏ, ਉਹ ਤਾਂ ਛੱਡ ਹੀ ਦੇਈਏ। ਹੁਣ ਜਿਹੜਾ ਕੋਈ ਪੜ੍ਹਿਆ ਲਿਖਿਆ ਸ਼ਰਧਾਵਾਨ ਸਿੱਖ ਵੀ ਜਿਹੜਾ ਅੱਜ ਇਤਿਹਾਸ ਨੂੰ ਪੜ੍ਹਨਾ ਚਾਹੁੰਦਾ ਹੈ, ਉਹ ਇਹਨਾਂ ਪੁਸਤਕਾਂ ਨੂੰ ਅੱਜ ਵੀ ਹੱਥ ਨਹੀਂ ਪਾਉਂਦਾ। ਮੈਂ ਪੜ੍ਹੇ ਲਿਖਿਆਂ ਦੀ ਗੱਲ ਕਰ ਰਿਹਾ। ਤੋ ਜਾਂ ਇਸੇ ਲੜੀ 'ਚ ਜਿਹੜੀ ਸਭ ਤੋਂ ਮਹਾਨ ਜਾਂ ਮੈਗਨਮ ਓਪਸ ਜਿਹੜਾ ਇਸ ਸੀਰੀਜ਼ ਦਾ ਅਸੀਂ ਕਹਿ ਸਕਦੇ ਹਾਂ, ਸੂਰਜ ਪ੍ਰਕਾਸ਼ ਨੂੰ ਵੀ ਪੜ੍ਹਨ ਦਾ ਕੋਈ ਹੀਆ ਨਹੀਂ ਕਰਦਾ। ਹੁਣ ਆਪਾਂ ਦੂਰ ਕਿਉਂ ਜਾਣਾ ਹੈ? ਇਸੇ ਅੱਜ ਆਪਾਂ ਸਾਰੇ ਜਣੇ ਬੈਠੇ ਆ, ਅੱਜ ਆਪਣੇ ਉੱਤੇ ਹੀ ਅਸੀਂ ਇਹ ਗੱਲ ਨੂੰ ਜਰਾ ਸਮਝ ਕੇ ਦੇਖੀਏ ਕਿ ਬਹੁਤ ਸਾਰੇ ਇਸ ਅੱਜ ਆਡੀਅנס ਦੇ ਵਿੱਚ ਬੜੇ ਪ੍ਰਬੁੱਧ ਵਿਦਵਾਨ ਸਮਝਦਾਰ ਗੁਰਬਾਣੀ ਸਿਧਾਂਤਾਂ ਨੂੰ ਸਮਝਣ ਵਾਲੇ ਤੇ ਪੜ੍ਹੇ ਲਿਖੇ ਸੱਜਣ ਬੈਠੇ। ਬਹੁਤ ਸਾਰੇ ਸੱਜਣ ਦਾ ਪ੍ਰਚਾਰ ਦੇ ਵਿੱਚ ਵੀ ਐਕਟਿਵ ਨੇ, ਕਿਸੇ ਨਾ ਕਿਸੇ ਢੰਗ ਨਾਲ ਗੁਰੂ ਦੇ ਮੈਸੇਜ ਨੂੰ ਪ੍ਰਚਾਰਨ ਵਿੱਚ ਵੀ ਆਪਣਾ ਹਿੱਸਾ ਪਾ ਰਹੇ ਨੇ। ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਬੈਠੇ ਨੇ, ਤੇ ਜਿਨ੍ਹਾਂ ਗੁਰਦੁਆਰਿਆਂ ਦੇ ਵਿੱਚ ਆਪ ਸਾਰੇ ਜਾ ਕੇ ਪ੍ਰਚਾਰ ਕਰਦੇ ਹੋ ਜਾਂ ਜਿਹੜੇ ਗੁਰਦੁਆਰਿਆਂ 'ਚ ਆਪ ਪ੍ਰਬੰਧਕ ਹੋ, ਉਹਨਾਂ ਦੇ ਵਿੱਚ ਇਸੇ ਯੋਨਰ ਦਾ ਜਿਹੜਾ ਸਭ ਤੋਂ ਵੱਡੀ ਕਿਤਾਬ ਸੂਰਜ ਪ੍ਰਕਾਸ਼ ਦੀ ਕਥਾ ਜਿਹੜੀ ਬ੍ਰਿਜ ਭਾਸ਼ਾ ਵਿੱਚ ਹੈ, ਉਹਦੀ ਹਰ ਰੋਜ਼ ਹੋ ਰਹੀ ਹੈ ਨਾ ਜੀ। ਐਸਾ ਤਾਂ ਨਹੀਂ ਹੈ, ਸ਼ਾਇਦ ਕੁਝ ਗੁਰਦੁਆਰੇ ਹੋਣ ਜਿੱਥੇ ਨਾ ਹੋ ਰਹੀ ਹੋਵੇ, ਪਰ ਮੈਜੋਰਟੀ ਗੁਰਦੁਆਰਿਆਂ 'ਚ ਅੱਜ ਵੀ ਸੂਰਜ ਪ੍ਰਕਾਸ਼ ਦੀ ਕਥਾ ਹੁੰਦੀ ਹੈ। ਜਿੱਥੇ ਜਿੱਥੇ ਗੁਰਦੁਆਰੇ 'ਚ ਸੰਗਤ ਸ਼ਾਮ ਨੂੰ ਜੁੜਦੀ ਹੈ, ਤੇ ਜਿੱਥੇ ਜਿੱਥੇ ਉਹ ਪ੍ਰਬੰਧਕ ਅਫੋਰਡ ਕਰ ਸਕਦੇ ਨੇ, ਤੇ ਉੱਥੇ ਉਹ ਜ਼ਰੂਰ ਕਰਦੇ ਨੇ। ਹੁਣ ਜਿਹੜੀ ਸੰਗਤ ਦੇ ਤੁਸੀਂ ਸਾਰੇ ਪ੍ਰਚਾਰਕ ਹੋ ਜਾਂ ਤੁਸੀਂ ਪ੍ਰਬੰਧਕ ਹੋ, ਤਾਂ ਕੀ ਪ੍ਰਚਾਰਕ ਜਾਂ ਪ੍ਰਬੰਧਕ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਇਹ ਫਰਜ਼ ਨਹੀਂ ਬਣਦਾ ਕਿ ਸਾਨੂੰ ਪਤਾ ਤਾਂ ਹੋਵੇ ਕਿ ਸੰਗਤ ਤੱਕ ਕੀ ਪਹੁੰਚ ਰਿਹਾ? ਕਿਉਂਕਿ ਇਹ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਨਾ। ਇਹ ਤਾਂ ਨਹੀਂ ਹੈ ਕਿ ਅਸੀਂ ਸਵੇਰੇ ਉਹਨਾਂ ਨੂੰ ਗੁਰਬਾਣੀ ਦੀ ਕਥਾ ਕਰਕੇ ਕੁਝ ਸਿਧਾਂਤ ਦੱਸ ਕੇ ਆਈਏ ਤੇ ਸ਼ਾਮ ਦੀ ਕਥਾ ਦੇ ਵਿੱਚ ਉਸ ਤੋਂ ਉਲਟ ਸਿਧਾਂਤ ਪੜ੍ਹਾ ਦਿੱਤਾ ਜਾਵੇ। ਫਿਰ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਹੈ। ਤਾਂ ਫਿਰ ਇੱਕ ਸਵਾਲ ਦਾ ਜਵਾਬ ਸਾਨੂੰ ਆਪਣੇ ਆਪ ਤੋਂ ਸਾਰਿਆਂ ਨੂੰ ਇਹ ਸਵਾਲ ਪੁੱਛਣਾ ਜ਼ਰੂਰੀ ਹੈ, ਤੇ ਆਪਣੇ ਆਪ ਨੂੰ ਹੀ ਜਵਾਬ ਦੇਣਾ ਚਾਹੀਦਾ। ਕਿਸੇ ਕਿਸੇ ਨੂੰ ਤਾਂ ਕੀ ਦੇਣਾ ਹੈ ਕਿ ਕੀ ਅਸੀਂ ਕਦੀ ਪੜ੍ਹ ਕੇ ਦੇਖਿਆ ਕਿ ਸੂਰਜ ਪ੍ਰਕਾਸ਼ ਦੇ ਵਿੱਚ ਕੀ ਹੈ? ਉਹਨੇ ਮੈਂ ਗੱਲ ਤੁਹਾਨੂੰ ਨਹੀਂ ਕਹਿ ਰਿਹਾ, ਮੈਂ ਬਿਲਕੁਲ ਤੁਹਾਡੇ ਨਾਲ ਹੀ ਹਾਂ। ਬਿਲਕੁਲ ਜੋ ਆਮ ਤੌਰ ਦੇ ਉੱਤੇ ਹੁੰਦਾ ਹੈ, ਮੈਂ ਵੀ ਆਪਣੇ ਆਪ ਨੂੰ ਪੁੱਛ ਰਿਹਾ। ਤੁਸੀਂ ਪੁੱਛ ਰਹੇ ਹੋ ਤੇ ਮੈਂ ਵੀ ਪੁੱਛ ਰਿਹਾ ਸਵਾਲ। ਤੇ ਜਿਹੜਾ ਮੇਰਾ ਜਵਾਬ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਨਹੀਂ ਜਾਣਦਾ ਕਿ ਸੂਰਜ ਪ੍ਰਕਾਸ਼ ਦੇ ਵਿੱਚ ਕੀ ਲਿਖਿਆ। ਮੈਂ ਨਾ ਅੱਜ ਤੱਕ ਪੜ੍ਹਿਆ ਤੇ ਨਾ ਹੀ ਮੈਂ ਇਹਦੀ ਕਥਾ ਕਦੀ ਸੁਣੀ ਹੈ। ਮੈਨੂੰ ਕਦੀ ਲੱਗਿਆ ਹੀ ਨਹੀਂ ਕਿ ਇਹਦੇ ਵਿੱਚ ਮੇਰੇ ਲਈ ਸੁਣਨ ਜੋਗਾ ਕੁਝ ਹੈ। ਤੇ ਮੈਂ ਜੇ ਕਿਤੇ ਮੈਂ ਕਿਸੇ ਗੁਰਦੁਆਰੇ ਦਾ ਪ੍ਰਧਾਨ ਹੁੰਦਾ ਜਾਂ ਮੁੱਖ ਪ੍ਰਚਾਰਕ ਜਾਂ ਕੁਝ ਹੋਰ ਵੀ ਹੁੰਦਾ, ਤੇ ਤਾਂ ਮੈਂ ਵੀ ਇਹ ਫਰਜ਼ ਨਹੀਂ ਸੀ ਪੂਰਾ ਕੀਤਾ ਕਿ ਬਈ ਮੈਨੂੰ ਪਤਾ ਹੋਵੇ ਕਿ ਜਿਸ ਗੁਰਦੁਆਰੇ ਦੇ ਵਿੱਚ ਮੇਰੀ ਜ਼ਿੰਮੇਵਾਰੀ ਕੋਈ ਲੱਗੀ ਹੈ, ਤੇ ਮੈਨੂੰ ਉਹ ਪਤਾ ਹੋਵੇ ਕਿ ਉਸ ਗ੍ਰੰਥ ਦਾ ਉਸ ਜਿਹੜਾ ਪੁਸਤਕ ਦੀ ਕਥਾ ਹੋ ਰਹੀ ਆ, ਉਹਦੇ ਵਿੱਚ ਅਸਲ ਦੇ ਵਿੱਚ ਲਿਖਿਆ ਕੀ ਹੋਏ। ਹੁਣ ਮੇਰੀ ਤਾਂ ਖੁਸ਼ਕਿਸਮਤੀ ਹੈ ਕਿ ਗੁਰੂ ਨੇ ਮੇਰੀ ਡਿਊਟੀ ਲਗਾ ਦਿੱਤੀ ਤੇ ਮੈਂ ਕੁਝ ਐਸੀਆਂ ਪੁਸਤਕਾਂ ਪੜ੍ਹ ਲਈਆਂ ਹਨ, ਜਾਂ ਕਹਿ ਲਓ ਗੁਰੂ ਨੇ ਕੰਨ ਫੜ ਕੇ ਆਪ ਪੜ੍ਹਾ ਹੀ ਦਿੱਤੀਆਂ ਹਨ ਤੇ ਮੈਨੂੰ ਥੋੜਾ ਜਿਹਾ ਪਤਾ ਹੈ। ਪਰ ਅਸਲ ਵਿੱਚ ਹੈ ਤਾਂ ਮੈਂ ਵੀ ਇਸ ਪੱਖੋਂ ਅਨਪੜ੍ਹ। ਹੁਣ ਮੁੱਖ ਦੀ ਗੱਲ ਇਹ ਹੈ ਕਿ ਜੇ ਤੁਸੀਂ ਜਾਂ ਮੈਂ ਜਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਵਿਚਾਰ ਕਰ ਲਈ ਕਿ ਇਹ ਪੁਸਤਕਾਂ ਦੇ ਵਿੱਚ ਕੀ ਸਿਧਾਂਤ ਹਨ, ਕਿਸ ਤਰੀਕੇ ਦੇ ਨਾਲ ਇਸ ਇਤਿਹਾਸ ਦੇ ਵਿੱਚ ਕਿਸ ਤਰ੍ਹਾਂ ਡਿਸਟੋਰਸ਼ਨਸ ਕੀਤੀਆਂ ਗਈਆਂ ਹਨ। ਪਰ ਜਿਹੜਾ ਸਾਡਾ ਅਸਲ ਕੰਮ ਹੈ ਉਸ ਤੋਂ ਅੱਗੇ ਸ਼ੁਰੂ ਹੁੰਦਾ ਹੈ ਕਿ ਅਸੀਂ ਇਹ ਸੋਚੀਏ ਕਿ ਜਿਹੜਾ ਗੁਰਦੁਆਰਿਆਂ ਦੇ ਵਿੱਚ ਅਸੀਂ ਪ੍ਰਚਾਰ ਕਰ ਰਹੇ ਹਾਂ, ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਉਹ ਕਾਰਗਰ ਨਹੀਂ ਹੁੰਦਾ। ਕਿਤੇ ਉਹਦਾ ਕਾਰਨ ਇਹ ਤਾਂ ਨਹੀਂ ਕਿ ਸਵੇਰੇ ਅਸੀਂ ਨਾਰਥ ਵੱਲ ਜਾ ਰਹੇ ਹਾਂ ਤੇ ਸ਼ਾਮ ਨੂੰ ਸਾਊਥ ਵੱਲ ਜਾ ਰਹੇ ਹੋਈਏ। ਜਦੋਂ ਇਤਿਹਾਸ ਦੀ ਕਥਾ ਹੁੰਦੀ ਹੈ, ਇਤਿਹਾਸ ਜਿਹੜਾ ਸੁਣਾਇਆ ਜਾ ਰਿਹਾ ਉਹ ਸਾਡੇ ਸਿਧਾਂਤਾਂ ਦੇ ਨਾਲ ਕੋਈ ਮੇਲ ਹੀ ਨਹੀਂ ਖਾਂਦਾ, ਤਾਂ ਫਿਰ ਸੁਣਨ ਵਾਲੇ ਦੇ ਉੱਤੇ ਉਹਦਾ ਕੀ ਪ੍ਰਭਾਵ ਪਏਗਾ ਤੇ ਸਿੱਖੀ ਦਾ ਪ੍ਰਚਾਰ ਕੀ ਹੋਏਗਾ। ਤੋ ਇਹ ਜਿਹੜੀ ਅੱਜ ਆਪਾਂ ਗੱਲ ਕੀਤੀ ਹੈ, ਇਹਦੇ ਵਿੱਚੋਂ ਜੋ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਸਾਡੇ ਗਿਆਨ ਦੇ ਵਿੱਚ ਜੋ ਵਾਧਾ ਕਰਨ ਦੀ ਗੱਲ ਹੈ, ਉਹ ਤਾਂ ਹੈ ਹੀ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਸਾਰਾ ਕੁਝ। ਪਰ ਇਹਦੇ ਨਾਲ ਨਾਲ ਸਾਨੂੰ ਆਪਣੇ ਫਰਜ਼ਾਂ ਦੀ ਵੀ ਥੋੜੀ ਜਿਹੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਅਸੀਂ ਇਹਨਾਂ ਪੁਸਤਕਾਂ ਦੇ ਬਾਰੇ ਜਾਣਨ ਤੋਂ ਬਾਅਦ ਸਾਡੀ ਕੀ ਡਿਊਟੀ ਬਣਦੀ ਹੈ ਕਿ ਅਸੀਂ ਕੀ ਕਰੀਏ। ਉਧਰ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ।
ਮੈਂ ਸ਼ਾਇਦ ਜ਼ਿਆਦਾ ਕੁਛ ਨਾ ਕਹਿ ਗਿਆ ਹੋਵਾਂ, ਕੋਈ ਲਫ਼ਜ਼ ਸਖਤ ਵੀ ਵਰਤ ਲਏ ਹੋਣ, ਤੇ ਮੈਂ ਆਪ ਜੀ ਪਾਸੋਂ ਖਿਮਾ ਮੰਗਦਾ ਹਾਂ, ਕਿਉਂਕਿ ਇਹ ਗੱਲ ਐਸੀ ਹੈ ਕਿ ਜਿਹੜੀ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਇਤਿਹਾਸ ਸਾਡੇ ਗੁਰਦੁਆਰਿਆਂ ਦੇ ਵਿੱਚ ਕੀ ਸੁਣਾਇਆ ਜਾ ਰਿਹਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਿਧਾਂਤ ਕੀ ਹਨ, ਇਹਦੇ ਵਿੱਚ ਜਿਹੜੀ ਕੰਟਰਾਡਿਕਸ਼ਨ ਹੈ ਇਹ ਕਿਵੇਂ ਦੂਰ ਹੋਈ। ਅਸੀਂ ਅੱਜ ਤੋਂ ਨਹੀਂ, ਮੈਂ ਕਹਿ ਲਈਏ ਕਿ ਮਿਸਲਾਂ ਦੇ ਜ਼ਮਾਨੇ ਜਾਂ ਉਸ ਤੋਂ ਪਹਿਲਾਂ ਹੀ ਕਾਫੀ ਸਮੇਂ ਤੋਂ ਅਸੀਂ ਪੂਰੀ ਤਰ੍ਹਾਂ ਅਵੇਸਲੇ ਹਾਂ, ਔਰ ਅਸੀਂ ਇਹਨਾਂ ਚੀਜ਼ਾਂ ਵੱਲ ਕਦੀ ਵੀ ਕੋਈ ਧਿਆਨ ਨਹੀਂ ਦਿੱਤਾ। ਅਸੀਂ ਬੜੀ ਆਸਾਨੀ ਦੇ ਨਾਲ ਕਿਸੇ ਹੋਰ ਦੀ ਗਲਤੀ ਕੱਢ ਸਕਦੇ ਹਾਂ, ਸ਼੍ਰੋਮਣੀ ਕਮੇਟੀ ਦੇ ਬਾਰੇ ਕਹਿ ਸਕਦੇ ਹਾਂ, ਅਸੀਂ ਕਹਿਣ ਨੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਕਹਿ ਸਕਦੇ ਹਾਂ ਕਿ ਉਹਨਾਂ ਦੇ ਰਾਜ ਵਿੱਚ ਵੀ ਕੁਝ ਨਹੀਂ ਹੋਇਆ, ਜਾਂ ਮਿਸਲਾਂ ਦੇ ਟਾਈਮ ਤੇ ਹੋਣਾ ਚਾਹੀਦਾ ਸੀ, ਜਾਂ ਅਸੀਂ ਸਾਰਿਆਂ ਦੀ ਗੱਲ ਅਸੀਂ ਕਰ ਸਕਦੇ ਹਾਂ। ਪਰ ਉਹਨਾਂ ਦੀ ਗੱਲ ਕਰਨ ਦੇ ਨਾਲ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਹ ਹੁਣ ਚੈਲੰਜ ਤਾਂ ਸਾਡੇ ਸਾਰਿਆਂ ਦੇ ਸਾਹਮਣੇ ਹੈ, ਅਸੀਂ ਆਪ ਕੀ ਕਰ ਰਹੇ ਹਾਂ। ਤੋ ਅੱਜ ਇਹਨਾਂ ਦੀਆਂ ਕੁਝ ਜਿਹੜੀਆਂ ਸਾਂਝਾਂ ਸੀ, ਉਹਦੇ ਵਿਚਾਰ ਆਪ ਜੀ ਦੇ ਨਾਲ ਕੀਤੀ ਹੈ। ਤੇ ਅਗਲੇ ਸੈਸ਼ਨ ਦੇ ਵਿੱਚ, ਅਗਲੇ ਹਫਤੇ ਜਿਹੜਾ ਸੈਸ਼ਨ ਹੋਏਗਾ, ਉਹਦੇ ਵਿੱਚ ਅਸੀਂ ਇਹਨਾਂ ਤਿੰਨਾਂ ਪੁਸਤਕਾਂ ਦੇ ਵਿੱਚ ਜਿਹੜਾ ਸਿਧਾਂਤਕ ਪੱਖ ਉਹਨਾਂ ਨੇ ਕਿਸ ਤਰੀਕੇ ਦੇ ਨਾਲ, ਥੋੜਾ ਜਿਹਾ ਜ਼ਿਕਰ ਤੇ ਅਸੀਂ ਕੀਤਾ ਹੈ, ਹੋਰ ਉਹਦੀ ਥੋੜੀ ਜਿਹੀ ਵਿਸਤਾਰ ਕੇਵਲ ਸਿਧਾਂਤਕ ਪੱਖ ਦੀ ਕਰਾਂਗੇ। ਇਹ ਜਿਹੜਾ ਪ੍ਰੋਸੈਸ ਆਪ ਜੀ ਦੇ ਸਾਹਮਣੇ ਮੈਂ ਰੱਖਿਆ, ਇਹਦੇ ਤੇ ਆਪ ਜ਼ਰੂਰ ਵਿਚਾਰ ਕਰਨੀ, ਤੇ ਜੋ ਆਪ ਨੂੰ ਠੀਕ ਲੱਗੇ ਇਹਦੇ ਬਾਰੇ ਕੋਈ ਐਕਸ਼ਨ ਸਾਨੂੰ ਲੈਣ ਦੀ ਲੋੜ ਹੈ ਜੀ। ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।